ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 13 ਅਕਤੂਬਰ ਹੈ, ਦਿਨ ਬੁੱਧਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਲਖੀਮਪੁਰ ਖੀਰੀ ਕਤਲकांड ਮਾਮਲੇ ਦੇ ਵਿੱਚ ਕੱਲ੍ਹ ਤਿਕੋਣੀਆਂ ਦੇ ਵਿੱਚ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਦੀ ਸਾਂਝੀ ਅੰਤਿਮ ਅਰਦਾਸ ਕੀਤੀ ਗਈ। ਸਾਰੇ ਕਿਸਾਨ ਲੀਡਰ ਪਹੁੰਚੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਵੀ ਪਹੁੰਚੇ। ਅਹਿਦ ਲਿਆ ਗਿਆ ਕਿ ਕਿਸਾਨਾਂ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ। ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਪੰਡਾਲ ਦੇ ਵਿੱਚ ਕਿਸਾਨ ਲੀਡਰਾਂ ਦੇ ਨਾਲ ਕਾਂਗਰਸ ਦੇ ਲੀਡਰ ਵੀ ਪਹੁੰਚੇ, ਖਾਸ ਤੌਰ ਤੇ ਪ੍ਰਿਯੰਕਾ ਗਾਂਧੀ। ਕਤਲकांड ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਤੋਂ ਕੱਲ ਕ੍ਰਾਈਮ ਬ੍ਰਾਂਚ ਦੇ ਵੱਲੋਂ ਪੁੱਛ ਪੜਤਾਲ ਕੀਤੀ ਗਈ, ਪਰ ਇਹ VIP ਪੁੱਛ ਪੜਤਾਲ ਸੀ। ਇਸ ਪੁੱਛ ਪੜਤਾਲ ਦੇ ਜ਼ਿਆਦਾ ਵੇਰਵੇ ਨਹੀਂ ਮਿਲ ਸਕੇ ਤੇ ਕੱਲ ਇੱਕ ਹੋਰ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ, ਗ੍ਰਿਫਤਾਰ ਕੀਤਾ ਗਿਆ ਹੈ। ਕਾਂਗਰਸ ਦਾ ਵਫਦ ਅੱਜ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਹਿੰਸਾ ਦੇ ਨਾਲ ਜੁੜੇ ਤੱਥਾਂ ਬਾਰੇ ਯਾਦ ਪੱਤਰ ਦੇਵੇਗਾ। ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਕੱਲ ਸਜ਼ਾ ਨਹੀਂ ਸੁਣਾਈ ਜਾ ਸਕੀ ਤੇ ਹੁਣ 18 ਅਕਤੂਬਰ ਤੱਕ ਫੈਸਲਾ ਟਾਲ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦੀਆਂ ਪਾਉਣ ਵਾਲੇ ਪੰਜਾਬ ਦੇ 3 ਜਵਾਨਾਂ ਦੇ ਅੱਜ ਅੰਤਿਮ ਸੰਸਕਾਰ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਉਹਨਾਂ ਦੇ ਪਿੰਡ ਚੱਠਾ ਪਹੁੰਚਣਗੇ। ਸ਼ਹੀਦੀ ਪਾਉਣ ਵਾਲੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਮਾਤਾ ਨੂੰ ਹਾਲੇ ਤੱਕ ਪੁੱਤ ਦੀ ਸ਼ਹੀਦੀ ਬਾਰੇ ਨਹੀਂ ਦੱਸਿਆ ਗਿਆ ਕਿਉਂਕਿ ਮਾਂ ਦੀ ਸਿਹਤ ਠੀਕ ਨਹੀਂ ਹੈ। 27 ਸਾਲਾ ਨੌਜਵਾਨ ਗੱਜਣ ਸਿੰਘ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ ਤੇ 6 ਮਹੀਨੇ ਪਹਿਲਾਂ ਹੀ ਉਹਦਾ ਵਿਆਹ ਹੋਇਆ ਸੀ। ਲੰਗੀ ਸ਼ਾਮ ਨੂੰ ਮੋਰਿੰਡਾ ਦੇ ਵਿੱਚ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਅਤੇ ਪੁਲਿਸ ਦੇ ਵਿਚਾਲੇ ਟਕਰਾਅ ਹੋਇਆ। ਟਕਰਾਅ ਦੇ ਵਿੱਚ ਸੰਘਰਸ਼ ਕਮੇਟੀ ਦੇ 16 ਮੈਂਬਰ ਅਤੇ DSP ਸਮੇਤ 5 ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਦਰਅਸਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਕੱਲ ਪੰਚਾਇਤੀ ਜ਼ਮੀਨ 'ਚੋਂ ਤੀਜਾ ਹਿੱਸਾ ਦਲਿਤਾਂ ਨੂੰ ਪੱਕੇ ਤੌਰ ਉੱਤੇ ਦੇਣ, ਸੁਸਾਇਟੀ ਦੀਆਂ ਜ਼ਮੀਨਾਂ ਦੇ ਬਿਨਾਂ ਸ਼ਰਤ ਮਾਲਕੀ ਹੱਕ ਲੈਣ, ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਪਲਾਟ ਦਿਵਾਉਣ ਸੰਬੰਧੀ ਹੋਰ ਮੰਗਾਂ ਨੂੰ ਲੈ ਕੇ ਰਾਮਬਾਗ ਮਾਰਗ ਰਾਹੀਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ ਉਹ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਕੋਲ ਧਰਨਾ ਲਾ ਕੇ ਬੈਠ ਗਏ। ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਦੇ ਪ੍ਰਤੀਨਿਧਾਂ ਨੂੰ ਮੰਗ ਪੱਤਰ ਵੀ ਦਿੱਤਾ। ਮੌਕੇ ਤੇ ਮੌਜੂਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ, ਪਰ ਮੰਗ ਪੱਤਰ ਦੇਣ ਤੋਂ ਬਾਅਦ ਅਚਾਨਕ ਹੀ ਰੌਲਾ ਰੱਪਾ ਪੈ ਗਿਆ। ਪੁਲਿਸ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ DSP ਸਮੇਤ 4-5 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਲਾਠੀਚਾਰਜ ਕੀਤਾ ਤੇ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਲੱਗੀਆਂ। ਇਹ ਪੁਲਿਸ ਦੇ ਕਹਿਣ ਦੇ ਮੁਤਾਬਿਕ ਹੈ, ਜਦਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੈਂਬਰ ਗੁਰਮੁਖ ਸਿੰਘ ਦੱਸਦੇ ਨੇ ਕਿ ਸਾਡੇ ਵੱਲੋਂ ਪਹਿਲਾਂ ਪੱਥਰਬਾਜ਼ੀ ਨਹੀਂ ਕੀਤੀ ਗਈ। ਪੁਲਿਸ ਨੇ ਪਹਿਲਾਂ ਸ਼ਾਂਤੀਪੂਰਨ ਧਰਨਾ ਦੇ ਰਹੇ ਕਮੇਟੀ ਮੈਂਬਰਾਂ ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿੱਚ 16 ਜਣੇ ਜ਼ਖਮੀ ਹੋਏ ਨੇ। ਇੱਕ ਜਣੇ ਦੇ ਸਿਰ ਵਿੱਚ ਤਾਂ 15 ਟਾਂਕੇ ਵੀ ਲੱਗੇ ਨੇ, ਜਦਕਿ ਅਜੈਬ ਸਿੰਘ ਨਾਂ ਦੇ ਬੰਦੇ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਹੈ ਕਿੱਥੇ। ਬਿਜਲੀ ਸੰਕਟ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਕੱਟ ਜਿਹੜੇ ਨੇ ਉਹ ਲੱਗ ਰਹੇ ਨੇ ਤੇ ਪੰਜਾਬ ਹੁਣ ਦੁੱਗਣੇ ਭਾਅ ਤੇ ਬਿਜਲੀ ਖਰੀਦੇਗਾ ਟਾਟਾ ਪਾਵਰ ਤੋਂ। ਜਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਇਸ ਬਿਜਲੀ ਸੰਕਟ ਦਾ ਟਾਟਾ ਪਾਵਰ ਪੂਰਾ ਲਾਹਾ ਲੈਣ ਲੱਗਿਆ। ਟਾਟਾ ਪਾਵਰ ਨੇ ਪਹਿਲਾਂ ਪੰਜਾਬ ਨੂੰ ਬਿਜਲੀ ਦੇਣੀ ਬੰਦ ਕਰ ਦਿੱਤੀ ਸੀ। ਹੁਣ ਬਿਜਲੀ ਸੰਕਟ ਬਣ ਗਿਆ ਤਾਂ ਟਾਟਾ ਪਾਵਰ ਨੇ ਪਾਵਰਕੌਮ ਨੂੰ ਘੁਰਕੀ ਦਿੱਤੀ ਹੈ ਕਿ ਜੇ ਪੰਜਾਬ ਨੇ ਦੁੱਗਣੇ ਭਾਅ ਤੇ ਬਿਜਲੀ ਨਾ ਖਰੀਦੀ ਤਾਂ ਅਸੀਂ ਐਕਸਚੇਂਜ ਵਿੱਚ ਬਿਜਲੀ ਵੇਚ ਦਿਆਂਗੇ। ਪਾਵਰਕੌਮ ਨੇ ਕਰੀਬ 5 ਰੁਪਏ 50 ਪੈਸੇ ਪ੍ਰਤੀ ਯੂਨਿਟ ਦੇ ਲਿਹਾਜ਼ ਨਾਲ ਟਾਟਾ ਮੁੰਦਰਾ ਤੋਂ ਬਿਜਲੀ ਖਰੀਦਣ ਦੀ ਹਾਮੀ ਭਰ ਦਿੱਤੀ ਹੈ, ਜਦਕਿ ਟਾਟਾ ਮੁੰਦਰਾ ਨੇ ਬਿਜਲੀ ਖਰੀਦ ਸਮਝੌਤੇ ਮੁਤਾਬਿਕ ਬਿਜਲੀ 2 ਰੁਪਏ 90 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਣੀ ਸੀ। ਹੁਣ ਮਾਹਿਰਾਂ ਨੇ ਸਵਾਲ ਖੜੇ ਕੀਤੇ ਨੇ ਕਿ ਸਮਝੌਤੇ ਦੀ ਉਲੰਘਣਾ ਕਰਕੇ 2 ਰੁਪਏ 90 ਪੈਸੇ ਦੀ ਥਾਂ ਦੁੱਗਣੇ ਭਾਅ ਤੇ ਬਿਜਲੀ ਖਰੀਦਣ ਦੇ ਲਈ ਪਾਵਰਕੌਮ ਕਿਉਂ ਰਜ਼ਾਮੰਦ ਹੋਇਆ। ਮਾਹਿਰ ਇਹ ਵੀ ਆਖਦੇ ਨੇ ਕਿ ਜੇ ਭਵਿੱਖ ਵਿੱਚ ਐਕਸਚੇਂਜ ਵਿੱਚ ਬਿਜਲੀ ਮਹਿੰਗੀ ਹੋਣ ਦਾ ਹਵਾਲਾ ਦੇ ਕੇ ਪੰਜਾਬ ਦੇ ਨਿੱਜੀ ਥਰਮਲਾਂ ਨੇ ਵੀ ਬਿਜਲੀ ਸਮਝੌਤੇ ਮੁਤਾਬਿਕ ਨਿਸ਼ਚਿਤ ਭਾਅ ਦੀ ਥਾਂ ਉੱਚੇ ਭਾਅ ਤੇ ਬਿਜਲੀ ਦੇਣ ਦੀ ਧਮਕੀ ਦਿੱਤੀ ਤਾਂ ਪਾਵਰਕੌਮ ਕੀ ਰਾਹ ਅਖਤਿਆਰ ਕਰੇਗਾ। ਅਰਵਿੰਦ ਕੇਜਰੀਵਾਲ ਕੱਲ੍ਹ ਦੇ ਪੰਜਾਬ ਪਹੁੰਚੇ ਹੋਏ ਨੇ। ਅੱਜ ਵੀ ਉਹ ਪੰਜਾਬ ਰਹਿਣਗੇ ਅਤੇ ਸ਼ਾਮ ਨੂੰ ਵਾਪਸੀ ਕਰਨਗੇ। ਕੱਲ੍ਹ ਜਲੰਧਰ ਦੇ ਦੇਵੀ ਤਲਾਬ ਮੰਦਿਰ ਦੇ ਵਿੱਚ ਨਤਮਸਤਕ ਹੋਏ ਸੇਵਾ ਸਿੰਘ ਸੇਖਵਾਂ ਦੇ ਘਰੇ ਅਫਸੋਸ ਕਰਨ ਤੋਂ ਬਾਅਦ ਅਤੇ ਅੱਜ ਉਹ ਜਲੰਧਰ ਦੇ ਸਨਅਤਕਾਰਾਂ ਨੂੰ ਮਿਲਣਗੇ। ਕੇਜਰੀਵਾਲ ਇਸ ਵਾਰ ਮੀਡੀਆ ਦੇ ਨਾਲ ਗੱਲ ਨਹੀਂ ਕਰ ਰਹੇ। ਕਿਹਾ ਕਿ ਸਿਰਫ ਪੰਜਾਬ ਦੀ ਸੁਖ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਵਾਸਤੇ ਮਾਤਾ ਦੇ ਦਰਬਾਰ ਨਤਮਸਤਕ ਹੋਣ ਆਇਆ ਹਾਂ। ਕਿਸਾਨ ਬਾਦਲਾਂ ਦੇ ਪਿੱਛੇ ਪਏ ਹੋਏ ਨੇ। ਕੱਲ੍ਹ ਜਿੱਥੇ ਦਸੂਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਗਈ, ਕਾਫਲਾ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਖੇਤੀ ਕਾਨੂੰਨਾਂ ਦੇ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉੱਥੇ ਪਿੰਡ ਬਾਦਲ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਵੀ ਕਿਸਾਨਾਂ ਨੇ ਫੂਕਿਆ।
ਕਿਸਾਨਾਂ ਦੀ ਹਾਲਾਂਕਿ ਅੱਜ ਪ੍ਰਿੰਸੀਪਲ ਸਕੱਤਰ ਦੇ ਨਾਲ ਬੈਠਕ ਹੋਏਗੀ। ਇਹ ਨਰਮਾ ਪੱਟੀ ਵਾਲੇ ਕਿਸਾਨ ਨੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਅੱਜ 11 ਵਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਹੋਏਗੀ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਝੋਨੇ ਨੂੰ ਅਸੀਂ ਮੰਡੀਆਂ ਦੇ ਵਿੱਚ ਨਹੀਂ ਵਿਕਣ ਦੇਵਾਂਗੇ। ਪੰਜਾਬ ਦੇ ਕਿਸਾਨਾਂ ਦੀ ਪਹਿਲ ਹੋਵੇਗੀ ਅਤੇ ਇਸੇ ਦੇ ਤਹਿਤ ਭਰਤਗੜ੍ਹ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ 3 ਟਰੈਕਟਰ ਟਰਾਲੀਆਂ ਤੇ ਝੋਨਾ ਲਿਆ ਰਹੇ 3 ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜ਼ਬਤ ਕੀਤੇ ਗਏ 3 ਟਰੈਕਟਰ ਪੰਜਾਬ ਦੇ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਨੇ। ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਭਰਤਗੜ੍ਹ ਤੋਂ ਹਿਮਾਚਲ ਪ੍ਰਦੇਸ਼ ਜਾਂਦੇ ਰਾਹ ਤੇ ਨਾਕਾ ਲਾਇਆ ਹੋਇਆ ਸੀ ਤੇ ਉਧਰ ਮਾਨਸਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਕੁਲਵੰਤ ਸਿੰਘ ਸੰਧੂ ਤੇ ਧਰਮਿੰਦਰ ਸਿੰਘ ਮੁਕੇਰੀਆਂ ਨੇ ਬੈਠਕ ਕੀਤੀ। ਮਸਲਾ ਸੀ ਕਿ ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਤੇ ਪੰਜਾਬ 'ਚ ਫਸਲ ਵੇਚਣ ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਕਰਕੇ ਹਿਮਾਚਲ ਦੇ ਕਿਸਾਨਾਂ ਨੂੰ ਫਸਲਾਂ ਵੇਚਣ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਭਰੋਸਾ ਦਿਵਾਇਆ ਹੈ ਕਿ ਹਿਮਾਚਲ ਦੇ ਕਿਸਾਨਾਂ ਦੇ ਝੋਨੇ ਦਾ ਦਾਣਾ ਵਿਕਵਾਇਆ ਜਾਵੇਗਾ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੇ ਹਾਲੇ ਤੱਕ ਸ਼ਸ਼ਪੰਜ ਬਣਿਆ ਹੋਇਆ। ਹਾਲਾਂਕਿ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਇੱਕ ਟਵੀਟ ਨੇ ਇਨਡਾਇਰੈਕਟਲੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਨਹੀਂ ਹੋਵੇਗਾ ਅਤੇ ਇਸੇ ਤਹਿਤ ਅੱਜ ਜਿਹੜੀ ਹੈਗੀ ਹੈ ਮੁਲਾਕਾਤ ਹੋਵੇਗੀ। ਹਰੀਸ਼ ਰਾਵਤ ਤੇ ਕੇਸੀ ਵੇਣੂ ਗੋਪਾਲ ਨੇ ਜਿਹੜੇ ਉਹ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਨਵਜੋਤ ਸਿੰਘ ਸਿੱਧੂ ਦੇ ਨਾਲ ਮੀਟਿੰਗ ਹੈ ਜਿਹੜੀ ਉਹ ਹੋਣ ਜਾ ਰਹੀ ਹੈ। ਸੂਤਰ ਦੱਸਦੇ ਨੇ ਕਿ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਦੀ ਕਾਰਜਸ਼ੈਲੀ ਤੋਂ ਖਫਾ ਹੈ ਕਿਉਂਕਿ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਕੰਮ 2 ਹਫ਼ਤਿਆਂ ਤੋਂ ਪੂਰੀ ਤਰ੍ਹਾਂ ਦੇ ਨਾਲ ਠੱਪ ਪਿਆ ਹੈ ਤੇ ਚੋਣਾਂ ਤੋਂ ਐਨ ਪਹਿਲਾਂ ਇਸ ਤਰ੍ਹਾਂ ਦੀ ਖੜੋਤ ਕਾਂਗਰਸ ਹਾਈਕਮਾਂਡ ਨੂੰ ਨੁਕਸਾਨ ਲੱਗ ਰਹੀ ਹੈ ਤੇ ਉਧਰ ਜਿਹੜੀ ਮੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਸੀ ਡੀਜੀਪੀ ਅਤੇ ਏਜੀ ਨੂੰ ਬਦਲਣ ਦੀ, ਤਾਂ ਪੰਜਾਬ ਦੇ ਵਿੱਚ ਨਹੀਂ ਲੱਗ ਰਿਹਾ ਕਿ ਇਹਨਾਂ ਦੋਵਾਂ ਨੂੰ ਬਦਲਿਆ ਜਾਏਗਾ। ਹਾਲਾਂਕਿ ਡੀਜੀਪੀ ਦੀ ਸਿਫਾਰਿਸ਼ ਦੇ ਜਿਹੜੇ 10 ਨਾਮ ਹੈਗੇ ਨੇ ਉਹ ਜ਼ਰੂਰ ਯੂਪੀਐਸਸੀ ਨੂੰ ਭੇਜ ਦਿੱਤੇ ਗਏ ਨੇ, ਪਰ ਹਾਲੇ ਤੱਕ ਕੋਈ ਜਿਹੜਾ ਫੈਸਲਾ ਉਧਰੋਂ ਨਹੀਂ ਆਇਆ ਤੇ ਏਜੀ ਨੂੰ ਬਦਲਣ ਦੇ ਮੂਡ ਦੇ ਵਿੱਚ ਵੀ ਕਾਂਗਰਸ ਹਾਈਕਮਾਨ ਲੱਗ ਨਹੀਂ ਰਹੀ। ਖਬਰਾਂ ਹੁਣ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਕਰੋਨਾ ਦੀ ਵੈਕਸੀਨ ਦੀ ਹੀ ਗੱਲ ਕਰਾਂਗੇ। ਕਈ ਮੀਡੀਆ ਅਦਾਰਿਆਂ ਨੇ ਮੰਗਲਵਾਰ ਨੂੰ ਖਬਰਾਂ ਚਲਾਈਆਂ ਕਿ ਦੇਸ਼ ਦੇ ਵਿੱਚ 2 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਟੀਕਾ ਲਾਉਣ ਦੀ ਇਜਾਜ਼ਤ ਹੈ ਜਿਹੜੀ ਉਹ ਮਿਲ ਗਈ ਹੈ। ਹਰੀ ਝੰਡੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਕੋਵਿਡ ਦਾ ਟੀਕਾ ਲਾ ਦਿੱਤਾ ਜਾਵੇ। ਇਹ ਖਬਰਾਂ ਚਲਾਈਆਂ ਗਈਆਂ ਪਰ ਇਹ ਖਬਰਾਂ ਸੱਚ ਨਹੀਂ ਹੈਗੀਆਂ ਕਿਉਂਕਿ ਹਾਲੇ ਇਜਾਜ਼ਤ ਨਹੀਂ ਮਿਲੀ ਹੈ, ਹਾਲੇ ਸਿਰਫ ਸਿਫਾਰਿਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਨੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੇ ਲਈ ਦੇਸੀ ਕੋਵੈਕਸਿਨ ਨੂੰ ਜਿਹੜਾ ਮਨਜ਼ੂਰੀ ਦੇਣ ਤੇ ਹੁਣ ਵਿਚਾਰ ਕਰਨਾ ਹੈ। ਡੀਜੀਸੀਆਈ ਦੇ ਮੁਤਾਬਿਕ ਟੀਕੇ ਦੀਆਂ 2 ਖੁਰਾਕਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਸਕਣਗੀਆਂ। ਹਾਲਾਂਕਿ ਗਾਈਡਲਾਈਨ ਹਾਲੇ ਜਾਰੀ ਨਹੀਂ ਕੀਤੀ ਗਈ ਹੈ ਤੇ ਇਸ ਦੀ ਸਿਰਫ ਸਿਫਾਰਿਸ਼ ਕੀਤੀ ਗਈ ਹੈ। ਡੀਜੀਸੀਆਈ ਦੀ ਜਿਹੜੀ ਵਿਸ਼ਾ ਮਾਹਿਰ ਕਮੇਟੀ ਹੈ ਉਸ ਨੇ ਸਿਫਾਰਿਸ਼ ਕੀਤੀ ਹੈ। ਟੀਕਾਕਰਨ ਦੀ ਪ੍ਰਕਿਰਿਆ ਅਤੇ 2 ਖੁਰਾਕਾਂ ਦੇ ਅੰਤਰ ਬਾਰੇ ਵੀ ਜਾਣਕਾਰੀ ਹੈ ਜਿਹੜੀ ਉਹ ਡੀਜੀਸੀਆਈ ਦੀ ਵਿਸ਼ਾ ਮਾਹਿਰ ਕਮੇਟੀ ਦੇਵੇਗੀ। ਇਸ ਵਕਤ ਦੇਸ਼ ਦੇ ਵਿੱਚ ਬਾਲਗਾਂ ਨੂੰ ਟੀਕੇ ਲਾਏ ਜਾ ਰਹੇ ਨੇ ਜਿਹਦੇ ਵਿੱਚ ਕੋਵੈਕਸਿਨ, ਕੋਵਿਸ਼ੀਲਡ ਅਤੇ ਸਪੁਤਨਿਕ ਵੀ ਸ਼ਾਮਲ ਹਨ। ਇਹਨਾਂ ਵਿੱਚੋਂ ਕੋਵੈਕਸਿਨ ਭਾਰਤ ਬਾਇਓਟੈਕ ਨੇ ਬਣਾਈ ਹੈ। ਸਿਰਮ ਇੰਸਟੀਚਿਊਟ ਦੀ ਕੋਵੈਕਸ ਬੱਚਿਆਂ ਦਾ ਟੀਕਾ ਬਣਾਉਣ ਦੀ ਵੀ ਤਿਆਰੀ ਕਰ ਰਹੀ ਹੈ। ਸੋ ਭਾਰਤ ਦੇ ਵਿੱਚ ਬੱਚਿਆਂ ਨੂੰ ਕਰੋਨਾ ਵੈਕਸੀਨ ਲਾਉਣ ਦਾ ਜਿਹੜਾ ਰਾਹ ਹੈ ਉਹ ਹੌਲੀ-ਹੌਲੀ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ। ਵੈਕਸੀਨੇਸ਼ਨ ਦੇ ਨਾਲ ਜੁੜੀ ਮਾਹਿਰ ਕਮੇਟੀ ਨੇ ਜਿਹੜਾ ਇਸ ਦੀ ਸਿਫਾਰਿਸ਼ ਕੀਤੀ ਹੈ। ਜੰਮੂ ਕਸ਼ਮੀਰ ਦੇ ਅੱਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋਣ ਵਾਲੇ 3 ਪੰਜਾਬੀਆਂ ਦੇ ਨਾਲ ਸਾਰੇ ਸ਼ਹੀਦਾਂ ਨੂੰ ਅਸੀਂ ਸਲਾਮ ਕਰਦੇ ਹਾਂ। ਇਹਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਸ਼ਹੀਦ ਨੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਸੈਨਾ ਮੈਡਲ ਇਹਨਾਂ ਨੂੰ ਮਿਲਿਆ ਹੋਇਆ, ਨਾਇਕ ਮਨਦੀਪ ਸਿੰਘ ਤੇ ਸਿਪਾਹੀ ਗੱਜਣ ਸਿੰਘ ਸ਼ਾਮਿਲ ਨੇ। ਇਹਨਾਂ ਸ਼ਹੀਦਾਂ ਦੇ ਵਿੱਚ ਮੈਕਨਾਈਜ਼ਡ ਇਨਫੈਂਟਰੀ 1 ਸਿੱਖ ਦੇ ਯੂਨਿਟ, 4 ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਦੇ ਰਹਿਣ ਵਾਲੇ ਸੀ। 11 ਸਿੱਖ ਦੇ ਨਾਇਕ ਮਨਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਘਣੀਕੇ ਬਾਂਗਰ ਨੇੜਲੇ ਪਿੰਡ ਚੱਠਾ ਸ਼ੀਰਾ ਅਤੇ 23 ਸਿੱਖ ਇਨਫੈਂਟਰੀ ਦੇ ਸਿਪਾਹੀ ਗੱਜਣ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਪਛਰੰਡਾ ਦੇ ਨਾਲ ਸੰਬੰਧਿਤ ਸਨ। ਗੱਜਣ ਸਿੰਘ ਦਾ ਤਾਂ ਲੰਗੀ ਫਰਵਰੀ ਦੇ ਵਿੱਚ ਹੀ ਵਿਆਹ ਹੋਇਆ ਸੀ। ਕਿਸਾਨੀ ਝੰਡਾ ਲੈ ਕੇ ਵਿਆਹ ਕੀਤਾ ਸੀ ਅਤੇ ਟਰੈਕਟਰ ਤੇ ਇਹ ਆਪਣੀ ਲਾੜੀ ਨੂੰ ਵਿਆਹ ਕੇ ਲਿਆਇਆ ਸੀ। ਰੋਪੜ ਜ਼ਿਲ੍ਹੇ ਦੇ ਪਚਰੰਦਾ ਪਿੰਡ ਦਾ ਰਹਿਣ ਵਾਲਾ ਗੱਜਣ ਸਿੰਘ 27 ਸਾਲ ਦਾ ਸੀ। ਜਸਵਿੰਦਰ ਸਿੰਘ ਦਾ ਪੂਰਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ ਸੀ, ਜਿਹੜੇ ਕਿ ਜੂਨੀਅਰ ਕਮਿਸ਼ਨ ਆਫੀਸਰ ਸਨ। ਇਹ ਕਪੂਰਥਲਾ ਹਲਕਾ ਦੇ ਭੁਲੱਥ ਵਿੱਚ ਪੈਂਦੇ ਪਿੰਡ ਮਾਨਾ ਤਲਵੰਡੀ ਦੇ ਰਹਿਣ ਵਾਲੇ ਸੀ। ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਸਨ। ਸ਼ਹੀਦ ਜਸਵਿੰਦਰ ਸਿੰਘ ਦਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ ਹੈ ਕਿਉਂਕਿ ਪਿਤਾ ਹਰਭਜਨ ਸਿੰਘ ਭਾਰਤੀ ਫੌਜ ਵਿੱਚੋਂ ਕੈਪਟਨ ਰੈਂਕ ਤੋਂ ਰਿਟਾਇਰਡ ਹਨ, ਜਿਨ੍ਹਾਂ ਦੀ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਠਾ ਦੇ ਰਹਿਣ ਵਾਲੇ ਸ਼ਹੀਦ ਮਨਦੀਪ ਸਿੰਘ, ਉਹਨਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਨਹੀਂ ਹੋ ਸਕਿਆ, ਬੁੱਧਵਾਰ ਨੂੰ ਕੀਤਾ ਜਾਏਗਾ ਕਿਉਂਕਿ ਮ੍ਰਿਤਕ ਦੇ ਉਹਨਾਂ ਦੇ ਪਿੰਡ ਪਹੁੰਚਣੀ ਸੀ ਪਰ ਪਹੁੰਚ ਨਹੀਂ ਸਕੀ ਤੇ ਹੁਣ 9:30 ਵਜੇ ਸੜਕੀ ਰਾਹ ਰਾਹੀਂ ਮ੍ਰਿਤਕ ਦੇ ਪਹੁੰਚੇਗੀ ਤੇ ਬੁੱਧਵਾਰ ਨੂੰ ਹੀ ਅੰਤਿਮ ਸੰਸਕਾਰ ਹੋਵੇਗਾ। ਪੰਜਾਬ ਸਰਕਾਰ ਨੇ ਪਰਿਵਾਰਾਂ ਦੇ ਲਈ ਇੱਕ ਸਰਕਾਰੀ ਨੌਕਰੀ ਅਤੇ 50-50 ਲੱਖ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਐਲਾਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਨਿਕਾਂ ਦੀ ਸ਼ਹਾਦਤ ਤੇ ਬਿਆਨ ਦਿੰਦਿਆਂ ਕਿਹਾ ਕਿ ਸਾਡਾ ਡਰ ਸੱਚ ਸਾਬਿਤ ਹੋ ਰਿਹਾ ਹੈ ਕਿ ਘੁਸਪੈਠ ਜਿਹੜੀ ਉਹ ਬਾਹਰਲੇ ਦੇਸ਼ਾਂ ਤੋਂ ਹੋ ਰਹੀ ਹੈ, ਪੰਜਾਬ ਦੇ ਨਾਲ ਪੂਰੇ ਦੇਸ਼ ਦੇ ਸਰਹੱਦੀ ਇਲਾਕਿਆਂ ਦੇ ਵਿੱਚ। ਡੇਰਾ ਸਿਰਸਾ ਦੇ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਦੀ ਕਿਸਮਤ ਦਾ ਫੈਸਲਾ ਅਦਾਲਤ ਨੇ ਅੱਗੇ ਪਾ ਦਿੱਤਾ ਹੈ। ਪੰਚਕੂਲਾ ਦੀ ਅਦਾਲਤ ਨੇ ਕੇਸ ਦੀ ਸੁਣਵਾਈ 18 ਅਕਤੂਬਰ ਤੇ ਪਾ ਦਿੱਤੀ ਹੈ। ਅਦਾਲਤ ਵੱਲੋਂ ਕਾਤਲ ਤੇ ਬਲਾਤਕਾਰੀ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਫੈਸਲੇ ਦੀ ਤਾਰੀਖ ਹੈ ਜਿਹੜੀ ਉਹ 12 ਅਕਤੂਬਰ ਲਈ ਮੁਕਰਰ ਕੀਤੀ ਸੀ। ਬਹੁਤ ਚਰਚਿਤ ਰਣਜੀਤ ਸਿੰਘ ਕਤਲ ਕੇਸ ਨੂੰ ਲੈ ਕੇ ਮੀਡੀਆ ਪੂਰਾ ਦਿਨ ਅਦਾਲਤ ਦੇ ਮੂਹਰੇ ਪੱਬਾਂ ਭਾਰ ਖੜਾ ਰਿਹਾ, ਪਰ ਬਾਅਦ ਦੁਪਹਿਰ ਅਦਾਲਤ ਨੇ ਕੇਸ ਦਾ ਫੈਸਲਾ ਸੁਣਾਏ ਬਿਨਾਂ ਹੀ ਤਾਰੀਖ ਅੱਗੇ ਪਾ ਦਿੱਤੀ। ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਸਿੰਘ ਦੇ ਪਰਿਵਾਰ ਨੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਕਈ ਘੰਟੇ ਬਹਿਸ ਹੈ ਜਿਹੜੀ ਉਹ ਚੱਲਦੀ ਰਹੀ ਤੇ ਹੁਣ 18 ਅਕਤੂਬਰ ਨੂੰ ਰਾਮ ਰਹੀਮ ਦੀ ਕਿਸਮਤ ਦਾ ਫੈਸਲਾ ਹੋਏਗਾ। ਸਜ਼ਾ ਤਾਂ ਹੋਣੀ ਹੈ, ਇਹ ਦੇਖਣਾ ਹੋਏਗਾ ਕਿ ਸਜ਼ਾ ਹੋਵੇਗੀ ਕਿੰਨੀ। 18 ਤਰੀਕ ਪੈ ਗਈ ਹੈ, 18 ਨੂੰ ਫੈਸਲਾ ਆਏਗਾ। ਉਹਨੇ ਕੁਝ ਨਹੀਂ ਬੋਲਿਆ, ਉਹਨੇ ਉੱਥੇ ਵਕੀਲ ਚਲਾ ਗਿਆ ਸੀ, ਉਹਨੇ ਜੋ ਲਿਖ ਕੇ ਦਿੱਤਾ ਉਹ ਵਕੀਲ ਨੇ ਉੱਥੋਂ ਭੇਜਤਾ। ਵਕੀਲ ਕਹਿੰਦਾ ਨਜ਼ਰ ਆਇਆ ਵੀ ਚੈਰਿਟੀ ਬਹੁਤ ਕੀਤੀ ਸੀ, ਇਸ ਕਰਕੇ ਸਜ਼ਾ ਘੱਟ ਉਹ ਇਹੀਆਂ ਹੋਈਆਂ ਸਾਰੀਆਂ। ਉਮੀਦ ਪੂਰੀ ਹੈ, ਜੋ ਸਹੀ ਫੈਸਲਾ ਆਏਗਾ ਉਮੀਦ ਪੂਰੀ ਹੈ। ਬਸ ਆਪਣੇ ਵਕੀਲਾਂ ਨੇ ਠੀਕ ਰੱਖਿਆ, ਆਪਣੇ ਵਰਮਾ ਜੀ ਨੇ ਬਹੁਤ ਵਧੀਆ ਰੱਖਿਆ, ਉਹਨਾਂ ਨੇ ਪੂਰੀ ਬਹਿਸ ਵਧੀਆ ਕੀਤੀ ਹੈ ਔਰ ਸਾਰਾ ਸਹੀ ਹੋਇਆ। ਜੋ ਵੀ ਹੋਇਆ ਬਿਲਕੁਲ 18 ਤਰੀਕ ਨੂੰ ਫੈਸਲਾ ਆ ਜਾਊਗਾ। ਬਿਲਕੁਲ ਲੱਗ ਰਿਹਾ ਸੀ, ਚਿਹਰਾ ਮੁਰਝਾਇਆ ਸੀਗਾ, ਨੀਵੀਂ ਪਈ ਹੋਈ ਸੀ। ਮੈਂ ਦੇਖਿਆ ਸੀ, ਆਪਨੇ ਖੁਦ ਬਾਹਰ ਉੱਥੇ ਵੀ ਦੇਖ ਕੇ ਆਇਆ ਤੇ ਉਹਨੂੰ ਆਪਣੇ ਕੀਤਿਆਂ ਦੀ ਪਛਤਾਵਾ ਹੈ। ਅਦਾਲਤ ਨੇ ਪਿਛਲੀ ਸੁਣਵਾਈ ਦੇ ਵਿੱਚ ਹੀ ਡੇਰਾ ਮੁਖੀ ਰਾਮ ਰਹੀਮ ਸਮੇਤ 5 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਰਾਮ ਰਹੀਮ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਪੇਸ਼ੀ ਦੇ ਵਿੱਚ ਸ਼ਾਮਿਲ ਹੋਇਆ, ਜਦਕਿ 4 ਹੋਰ ਜਿਹੜੇ ਦੋਸ਼ੀ ਨੇ ਉਹ ਫਿਜ਼ੀਕਲੀ ਅਦਾਲਤ ਦੇ ਵਿੱਚ ਪਹੁੰਚੇ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿੱਚ ਇਹ ਫੈਸਲਾ ਸੁਣਾਇਆ ਜਾਵੇਗਾ। ਇਸ ਮੌਕੇ ਅਦਾਲਤ ਦੇ ਵਿੱਚ ਰਾਮ ਰਹੀਮ ਦੇ ਵਕੀਲਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਰਾਮ ਰਹੀਮ ਜਿਹੜਾ ਸਾਧ ਹੈ ਉਸਦੇ ਲੋਕ ਸੇਵਾ ਦੇ ਕੰਮਾਂ ਦਾ ਹਵਾਲਾ ਦੇ ਕੇ, ਕਿਉਂਕਿ ਪਿਛਲੇ ਸਮੇਂ ਦੌਰਾਨ ਉਹਨੇ ਜੋ ਟਕਵੰਜ ਰਚਿਆ ਸੀ ਲੋਕ ਸੇਵਾ ਦਾ, ਕਿਉਂਕਿ ਅੰਦਰ ਜਿਹੜਾ ਉਹਦੇ ਅੰਦਰ ਸੀ ਬਹੁਤ ਗੰਦ ਭਰਿਆ ਹੋਇਆ ਸੀ, ਇਸੇ ਕਰਕੇ ਕਤਲ ਕਰਦਾ ਸੀ, ਬਲਾਤਕਾਰ ਕਰਦਾ ਸੀ, ਅੰਦਰ ਪਤਾ ਨਹੀਂ ਕਿਹੋ ਜਿਹੇ ਉਹ ਅਪਰਾਧ ਹੋਰ ਕਰਦਾ ਸੀ, ਪਰ ਬਾਹਰੀ ਤੌਰ ਤੇ ਉਹ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਦੱਸਦਾ ਸੀ ਤੇ ਵਕੀਲਾਂ ਨੇ ਇਹੀ ਹਵਾਲਾ ਦੇ ਕੇ ਰਾਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਤਾਂ ਉਹਨੇ ਕਿਹਾ ਸੀ ਵੀ ਮੈਂ ਅੱਛੇ ਕੰਮ ਕੀਤੇ ਜੀ, ਆਪਣੇ ਸਫਾਈ ਅਭਿਆਨ ਕੀਤਾ, ਫਲਾਨਾ ਕੀਤਾ, ਮੈਂ ਲੋਕਾਂ ਦੇ ਕੰਮ ਕੀਤੇ, ਚੰਗੇ ਕੀਤੇ, ਉਹ ਵੀ ਮੇਰੇ ਦੇਖੇ ਜਾਣ। ਉਸ ਤੇ ਮਤਲਬ ਸਾਰਾ ਫਿਰ ਉਹਨਾਂ ਨੇ ਕਿਹਾ ਵੀ 18 ਤਰੀਕ ਪਈ ਜੇ, 18 ਤਰੀਕ ਤੇ ਪੈ ਗਈ ਉਹਨਾਂ ਦੀ। ਤੇ ਪੰਚਕੂਲਾ ਦੇ ਵਿੱਚ ਪੂਰਾ ਦਿਨ ਪੁਲਿਸ ਪ੍ਰਸ਼ਾਸਨ ਨੇ ਵੀ ਹਾਲਾਤ ਕੰਟਰੋਲ ਹੋਣ ਦਾ ਦਾਅਵਾ ਕੀਤਾ। ਜਿਸ ਦਿਨ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਰਾਮ ਰਹੀਮ ਦੋਸ਼ੀ ਹੈ, ਉਸੇ ਦਿਨ ਤੋਂ ਲੈ ਕੇ ਹੀ ਪੁਲਿਸ ਦੇ ਵੱਲੋਂ ਪੂਰੀ ਮੁਸਤੈਦੀ ਹੈ ਜਿਹੜੀ ਉਹ ਦਿਖਾਏਗੀ। ਦਫਾ 144 ਲਾਗੂ ਕੀਤੀ ਗਈ ਸੀ ਅਤੇ ਪੁਲਿਸ ਬਲਾਂ ਦੇ ਜਿਹੜੇ ਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਸੀ। ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ 4 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਇਹਨਾਂ ਸਾਰਿਆਂ ਨੂੰ ਹੁਣ ਦੋਸ਼ੀ ਕਰਾਰ ਹੈ ਜਿਹੜਾ ਉਹ ਦਿੱਤਾ ਗਿਆ। ਰਾਮ ਰਹੀਮ ਨੂੰ ਸ਼ੱਕ ਸੀ ਕਿ ਕੁਰੂਕਸ਼ੇਤਰ ਦਾ ਰਹਿਣ ਵਾਲਾ ਰਣਜੀਤ ਸਿੰਘ ਉਸ ਵਿਰੁੱਧ ਗੁਮਨਾਮ ਚਿੱਠੀਆਂ ਲਿਖ ਰਿਹਾ ਹੈ, ਜਿਨ੍ਹਾਂ ਦੇ ਵਿੱਚ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਰਣਜੀਤ ਸਿੰਘ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ ਅਤੇ ਉਸ ਦੇ ਕਹਿਣ ਤੇ ਹੀ ਰਣਜੀਤ ਸਿੰਘ ਦਾ ਕਤਲ ਕੀਤਾ ਗਿਆ। ਜੋ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਸਟੇਟਮੈਂਟ ਉਥੋਂ ਜੇਲ੍ਹ ਵਿੱਚੋਂ ਭੇਜੀ ਲਿਖ ਕੇ, ਉਹਦਾ ਇੰਗਲਿਸ਼ ਟ੍ਰਾਂਸਲੇਸ਼ਨ ਅੱਜ ਕੋਰਟ ਦੇ ਵਿੱਚ ਕੀਤਾ ਗਿਆ ਉਹਨਾਂ ਦੇ ਵਕੀਲ ਵੱਲੋਂ ਔਰ ਉਹਨਾਂ ਨੂੰ ਵਾਪਸ ਭੇਜ ਕੇ ਸਾਈਨ ਕਰਵਾਏ ਗਏ। ਔਰ ਉਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਆਪਣੀਆਂ ਜੋ ਪ੍ਰਾਪਤੀਆਂ ਨੇ ਡੇਰੇ ਵੱਲੋਂ ਕੀਤੀਆਂ ਗਈਆਂ, ਜਿਵੇਂ ਆਈ ਕੈਂਪਸ ਲਗਾਏ, ਟਰੀਜ਼ ਪਲਾਂਟੇਸ਼ਨ ਕੈਂਪ ਲਗਾਏ ਗਏ, ਜਾਂ ਕਿਤੇ ਕੋਈ ਭੂਚਾਲ ਭੂਕੰਪ ਆਇਆ ਉੱਥੇ ਕੋਈ ਰਾਹਤ ਸਮੱਗਰੀ ਭੇਜੀ ਗਈ, ਉਹਦੇ ਬਾਰੇ ਕਾਫੀ ਕੁਝ ਲਿਖਿਆ ਹੋਇਆ ਹੈ। ਔਰ ਉਹਨਾਂ ਨੇ ਇੱਕ ਚੀਜ਼ ਹੋਰ ਵੀ ਲਿਖੀ ਕਿ ਮੈਨੂੰ ਕੁਝ ਹੈਲਥ ਪ੍ਰੋਬਲਮਸ ਨੇ, ਜਿਵੇਂ ਬਲੱਡ ਪ੍ਰੈਸ਼ਰ ਹੈ, ਮੇਰਾ ਅੱਖਾਂ 'ਚ ਮੇਰੀ ਕੋਈ ਪ੍ਰੋਬਲਮ ਹੈ, ਮੈਨੂੰ ਕੋਈ ਕਿਡਨੀ ਸਟੋਨਸ ਦੀ ਪ੍ਰੋਬਲਮ ਹੈ, ਉਹ ਵੀ ਉਹਨਾਂ ਨੇ ਇੱਕ ਪਲੀ ਆਪਣੇ ਸਟੇਟਮੈਂਟ ਦੇ ਵਿੱਚ ਲਿੱਤੀ ਹੈ। ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਬਿਜਲੀ ਸੰਕਟ ਦੀ ਗੱਲ ਕਰ ਲਈਏ ਤਾਂ ਸੰਕਟ ਹਾਲੇ ਤੱਕ ਬਰਕਰਾਰ ਹੈ। ਇਸੇ ਦਰਮਿਆਨ ਸਰਕਾਰ ਨੇ ਕੀ ਕਿਹਾ ਹੈ? ਕਈ ਸੂਬਿਆਂ ਦੇ ਵਿੱਚ ਬਲੈਕ ਆਊਟ ਦੀਆਂ ਚਿੰਤਾਵਾਂ ਦੇ ਵਿਚਕਾਰ ਕੇਂਦਰੀ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੇ ਵਿੱਚ ਸੋਮਵਾਰ ਨੂੰ ਕੋਲੇ ਦੀ ਰਿਕਾਰਡ ਜਿਹੜੀ ਹੈ ਉਹ
ਰਿਕਾਰਡ ਉਤਪਾਦਨ ਹੋਇਆ ਹੈ। ਕੋਲ ਇੰਡੀਆ ਤੇ ਕੋਲਾ ਮੰਤਰਾਲਾ ਦੇਸ਼ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਪੂਰਾ ਯਤਨ ਕਰ ਰਹੇ ਨੇ। ਕੋਲ ਇੰਡੀਆ ਲਿਮਟਿਡ ਦੇ ਕੋਲ ਮੌਜੂਦਾ ਸਮੇਂ ਕੋਲੇ ਦਾ 22 ਦਿਨਾਂ ਦਾ ਸਟਾਕ ਹੈ। ਉਹਨਾਂ ਕਿਹਾ ਕਿ ਅਸੀਂ ਪੂਰੇ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋੜ ਦੇ ਮੁਤਾਬਿਕ ਕੋਲਾ ਉਪਲਬਧ ਕਰਵਾਇਆ ਜਾਵੇਗਾ। ਸੋਮਵਾਰ ਨੂੰ 2 ਮਿਲੀਅਨ ਦੇ ਕਰੀਬ ਕੋਲੇ ਦੀ ਸਪਲਾਈ ਹੈ ਜਿਹੜੀ ਉਹ ਕੀਤੀ ਗਈ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਅੱਗੇ ਵੀ ਅਸੀਂ ਤੇਜ਼ੀ ਦੇ ਨਾਲ ਸਪਲਾਈ ਹੈ ਜਿਹੜੀ ਉਹ ਵਧਾਉਂਦੇ ਰਹਾਂਗੇ। ਸਾਨੂੰ ਉਮੀਦ ਹੈ ਕਿ ਮੌਨਸੂਨ ਖਤਮ ਹੋਣ ਤੋਂ ਬਾਅਦ ਹੁਣ ਕੋਲੇ ਦੀ ਸਪਲਾਈ ਵਿੱਚ ਤੇਜ਼ੀ ਦੇ ਨਾਲ ਸੁਧਾਰ ਹੋਵੇਗਾ। 21 ਅਕਤੂਬਰ ਤੋਂ ਬਾਅਦ ਅਸੀਂ 2 ਮਿਲੀਅਨ ਟਨ ਤੱਕ ਕੋਲੇ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਦਰਮਿਆਨ ਸੰਗਰੂਰ ਤੋਂ ਖਬਰ ਹੈ ਜਿੱਥੇ ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਨੇ ਐਕਸੀਅਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਬਿਜਲੀ ਦੀ ਮੰਗ ਕੀਤੀ। ਬਿਜਲੀ ਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਇਹ ਰੋਸ ਮੁਜ਼ਾਹਰਾ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਕਿਸਾਨ ਜਦੋਂ ਦਫ਼ਤਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਦਫ਼ਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਮੇਨ ਗੇਟ ਤੇ ਬੈਠੇ ਰਹੇ ਅਤੇ ਪ੍ਰਸ਼ਾਸਨ ਨੇ ਕਿਹਾ ਕਿ ਕਿਸਾਨਾਂ ਨੇ ਐਕਸੀਅਨ ਦਫ਼ਤਰ ਤੇ ਕਬਜ਼ਾ ਕਰ ਲਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਖੇਤੀ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ 5 ਘੰਟੇ ਵੀ ਬਿਜਲੀ ਸਾਨੂੰ ਨਹੀਂ ਮਿਲਦੀ। ਹਾਲਾਂਕਿ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ ਸੀ। 3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਕਤਲੇਕਾਂਡ ਦੇ ਵਿੱਚ ਮਾਰੇ ਗਏ 4 ਕਿਸਾਨਾਂ ਅਤੇ 5ਵੇਂ ਕਿਸਾਨ ਪੱਤਰਕਾਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਯੂਪੀ ਦੇ ਤਿਕੋਣੀਆਂ ਦੇ ਵਿੱਚ ਖਾਸ ਤੌਰ ਤੇ ਸ਼ਰਧਾਂਜਲੀ ਸਮਾਗਮ ਜਾਂ ਕਹਿ ਲਈਏ ਕਿ ਅੰਤਿਮ ਅਰਦਾਸ ਸਮਾਗਮ ਹੈ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਵਾਇਆ ਗਿਆ। ਪੂਰੇ ਦੇਸ਼ ਤੋਂ ਕਿਸਾਨ ਨੇ ਜਿਹੜੇ ਉਹ ਪਹੁੰਚੇ ਤੇ ਆਮ ਲੋਕਾਂ ਨੇ ਵੀ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਢਾਡੀ ਸਿੰਘਾਂ ਨੇ ਵਾਰਾਂ ਗਾਈਆਂ ਅਤੇ ਜਿਹੜਾ ਸ਼ਬਦ ਕੀਰਤਨ ਵੀ ਕੀਤਾ ਗਿਆ ਰਾਗੀ ਜਥਿਆਂ ਦੇ ਵੱਲੋਂ। ਤੇ ਇਸ ਮੌਕੇ ਜਿੰਨੇ ਵੀ ਕਿਸਾਨ ਲੀਡਰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਨੇ ਉਹ ਸਾਰੇ ਲਖੀਮਪੁਰ ਖੀਰੀ ਪਹੁੰਚੇ ਅਤੇ ਉੱਥੇ ਪਹੁੰਚੇ ਹੋਏ ਜਿਹੜੇ ਸ਼ਹੀਦਾਂ ਦੇ ਪਰਿਵਾਰ ਉਹਨਾਂ ਨਾਲ ਦੁੱਖ ਸਾਂਝਾ ਕਰਨ ਦੇ ਨਾਲ ਇਸ ਮੋਰਚੇ ਨੂੰ, ਇਸ ਸੰਘਰਸ਼ ਨੂੰ ਅੱਗੇ ਤੋਰਨ ਦੇ ਲਈ ਵੀ ਹੋਕੇ ਦਿੱਤੇ ਗਏ। ਇਸ ਦਰਮਿਆਨ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚ ਰਹੇ ਕਿਸਾਨਾਂ ਨੂੰ ਖਟਾਰ ਅਤੇ ਪੂਰਨਪੁਰ ਦੇ ਵਿਚਾਲੇ ਨਾਕੇ ਲਾ ਕੇ ਵੀ ਰੋਕਿਆ ਗਿਆ। ਡਾਕਟਰ ਦਰਸ਼ਨਪਾਲ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਘਟਨਾ ਦੇ ਵਿੱਚ ਸ਼ਹੀਦ ਹੋਣ ਵਾਲੇ ਕਿਸਾਨ ਲਵਪ੍ਰੀਤ ਸਿੰਘ ਅਤੇ ਨਛੱਤਰ ਸਿੰਘ ਲਖੀਮਪੁਰ ਦੇ ਵਸਨੀਕ ਸਨ, ਜਦਕਿ ਗੁਰਵਿੰਦਰ ਸਿੰਘ ਤੇ ਦਲਜੀਤ ਸਿੰਘ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਸੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਮਹਾਰਾਜਾ ਅਗਰਸੇਨ ਇੰਟਰ ਕਾਲਜ ਤੇ ਕੁਨੀਆ ਦੇ ਵਿੱਚ ਕੀਤਾ ਗਿਆ। ਨੇੜਲੇ ਜ਼ਿਲ੍ਹਿਆਂ ਸੀਤਾਪੁਰ, ਪੀਲੀਭੀਤ ਅਤੇ ਬਹਿਰਾਇਚ ਦੇ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲਾ ਨੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਬੋਲਦਿਆਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਕੁਚਲ ਕੇ ਆਪਣੀ ਨੀਅਤ ਸਾਫ਼ ਕਰ ਦਿੱਤੀ ਹੈ। ਜਦੋਂ 3 ਖੇਤੀ ਦੇ ਕਾਲੇ ਕਾਨੂੰਨ ਰੱਦ ਹੋ ਗਏ ਤਾਂ ਕਾਤਲਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ, ਉਦੋਂ ਅਸੀਂ ਕਹਾਂਗੇ ਕਿ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਵੀ ਪਹੁੰਚੇ। ਨਰਿੰਦਰ ਮੋਦੀ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਰਾਜੇਵਾਲ ਨੇ ਕਿਹਾ ਕਿ ਜੇ ਤੁਸੀਂ ਅਜੇ ਮਿਸ਼ਰਾ ਨੂੰ ਆਪਣੀ ਕੈਬਨਿਟ ਤੋਂ ਛੁੱਟੀ ਨਾ ਕੀਤੀ ਤੇ ਉਸ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸਾਡਾ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਸਾਡੀ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੀ ਇਹ ਸਰਕਾਰ ਦੀ ਸਾਜ਼ਿਸ਼ ਹੈ। ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਨੇ 7 ਸਾਲਾਂ ਦੇ ਵਿੱਚ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਸਾਡੇ ਕਿਸਾਨੀ ਅੰਦੋਲਨ ਨੇ ਹੰਕਾਰੇ ਹੋਏ ਮੋਦੀ ਨੂੰ ਬੁਲਵਾ ਲਿਆ ਹੈ। ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਵੀ ਪਹੁੰਚੇ ਹੋਏ ਸਨ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇਸ ਨੇ ਸਭ ਨੂੰ ਹੈਰਾਨ ਕੀਤਾ ਹੈ। ਜਿਸ ਦੀ ਵੀ ਜ਼ਮੀਰ ਜਿੰਦਾ ਹੈ ਉਹ ਇਸ ਘਟਨਾ ਦੀ ਨਿਖੇਧੀ ਕਰ ਰਿਹਾ, ਪਰ ਮਰੀਆਂ ਜ਼ਮੀਰਾਂ ਵਾਲੇ ਚੁੱਪ ਕਰਕੇ ਬੈਠੇ ਨੇ। ਯਾਨੀ ਕਿ ਸਿੱਧਾ ਨਿਸ਼ਾਨਾ ਜਿਹੜਾ ਹਕੂਮਤ ਦੇ ਉੱਤੇ ਸਾਧਿਆ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਕ ਵੀ ਬਿਆਨ ਇਸ ਕਤਲकांड ਤੇ ਨਹੀਂ ਦਿੱਤਾ। ਉਗਰਾਹਾਂ ਨੇ ਕਿਹਾ ਕਿ ਅੰਦੋਲਨ ਆਪਣੇ ਪੈਰ ਪਸਾਰ ਰਿਹਾ ਹੈ, ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਕੋਨੇ-ਕੋਨੇ ਦੇ ਵਿੱਚ ਭਾਰਤ ਦੇ ਵਿੱਚ ਅੰਦੋਲਨ ਪਹੁੰਚ ਗਿਆ, ਹੋਰ ਬਲ ਮਿਲ ਰਿਹਾ ਹੈ। ਲੋਕਾਂ ਦੇ ਵਿੱਚ ਗੁੱਸਾ ਹੈ ਇਸ ਘਟਨਾ ਤੋਂ ਬਾਅਦ ਤੇ ਲੋਕ ਹੁਣ ਘਰਾਂ ਚੋਂ ਬਾਹਰ ਨਿਕਲ ਰਹੇ ਨੇ। ਇਸ ਮੌਕੇ ਉਗਰਾਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਹਿੰਦੂ ਸਿੱਖ ਦਾ ਪੱਤਾ ਖੇਡ ਕੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਰਮਿਆਨ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਪਹੁੰਚੇ ਹੋਏ ਸੀ ਇਹ ਲਖੀਮਪੁਰ ਖੀਰੀ ਕਤਲकांड ਤੋਂ ਬਾਅਦ ਸ਼ਾਇਦ ਪਹਿਲੀ ਵਾਰੀ ਯੂਪੀ ਦੇ ਵਿੱਚ ਦਿਖੇ ਨੇ। ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਹੈਗੇ ਨੇ ਜਿਹੜੇ ਉਹ ਜ਼ਰੂਰ ਪਹੁੰਚੇ ਸੀ, ਰਾਕੇਸ਼ ਟਿਕੈਤ ਵੀ ਪਹੁੰਚੇ ਸੀ ਤੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਤਕਰੀਬਨ ਸਾਰੇ ਲੀਡਰਾਂ ਨੇ ਹੀ ਹਾਜ਼ਰੀ ਲਵਾਈ। ਰਾਕੇਸ਼ ਟਿਕੈਤ ਅਤੇ ਗੁਰਨਾਮ ਸਿੰਘ ਚੜੂਨੀ ਸਭ ਨੇ ਸਰਕਾਰ ਨੂੰ ਸਿੱਧੇ ਤੌਰ ਤੇ ਲਲਕਾਰਿਆ। ਅੰਦੋਲਨ ਨੂੰ ਪੱਕੇ ਕਰੋ। ਇਸ ਇਲਾਕੇ ਦੇ ਵਿੱਚ ਮੋਨੂ ਦੀ ਕਦੇ ਬਹੁਤ ਹੈ, ਜਿੱਥੇ ਮੋਨੂ ਖੜ ਜਾਂਦਾ ਉਹਦੇ ਮੁਕਾਬਲੇ ਕੋਈ ਬੰਦਾ ਖੜਨ ਦੀ ਕੋਸ਼ਿਸ਼ ਨਹੀਂ ਕਰਦਾ। ਅੱਜ ਵੀ ਸਟੇਜ ਤੋਂ ਚੈਲੰਜ ਕਰਦੇ ਆ ਮੋਨੂ ਸਾਹਿਬ, ਸੁਣਦੇ ਹੋਣੇ ਤੇਰੇ ਕੰਨ ਤੇਰੇ ਸਕੇ ਸਕੇਲੇ ਸੁਣਦੇ ਹੋਣੇ। ਅੱਜ ਤੇ ਤੋਂ ਐਲਾਨ ਕਰਦੇ ਆ ਇੱਥੇ ਕਰਾਂਗੇ ਹਰ ਸਾਲ ਇਸ ਇਲਾਕੇ ਦੇ ਵਿੱਚ ਕੋਈ ਨਾ ਕੋਈ ਫੰਕਸ਼ਨ ਕਰਾਂਗੇ। ਆਵਾਂਗੇ ਤੇਰੇ ਇਲਾਕੇ ਦੇ ਵਿੱਚ, ਤੈਨੂੰ ਵੀ ਦੇਖ ਲਾਂਗੇ ਤੇ ਤੂੰ ਆਪਦਾ ਜ਼ਬਰ ਕਰਦਾ ਰਹਿ, ਅਸੀਂ ਆਪਦਾ
ਸਬਰ ਨਾਲ ਮੁਕਾਬਲਾ ਕਰਦੇ ਰਹਾਂਗੇ, ਆਖਰ ਜਿੱਤ ਕੇ ਨਿਕਲਾਂਗੇ। ਲਖੀਮਪੁਰ ਖੇੜੀ ਪੁਲਿਸ ਨੇ ਹੁਣ ਅੰਕਿਤ ਦਾਸ ਦੇ ਡਰਾਈਵਰ ਸ਼ੇਖਰ ਭਾਰਤੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਗੱਡੀ 3 ਅਕਤੂਬਰ ਨੂੰ 4 ਕਿਸਾਨਾਂ ਸਮੇਤ 9 ਜਣਿਆਂ ਨੂੰ ਕੁਚਲਣ ਵਾਲੇ ਕਾਫਲੇ ਦੇ ਵਿੱਚ ਸੀ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਗ੍ਰਿਫਤਾਰ ਕੀਤੇ ਗਏ ਸ਼ੇਖਰ ਭਾਰਤੀ ਤੋਂ ਪੁੱਛਗਿੱਛ ਕੀਤੀ ਗਈ ਹੈ। ਭਾਰਤੀ ਕਥਿਤ ਤੌਰ ਤੇ ਮਹਿੰਦਰਾ ਥਾਰ ਦੇ ਪਿੱਛੇ ਜਾ ਰਹੀ ਬਲੈਕ ਫੋਰਚੂਨਰ ਨੂੰ ਚਲਾ ਰਿਹਾ ਸੀ, ਜਿਸ ਨੇ ਕਿਸਾਨਾਂ ਨੂੰ ਦਰੜ ਦਿੱਤਾ ਸੀ। ਪੁਲਿਸ ਨੇ ਸਾਬਕਾ ਸੰਸਦ ਮੈਂਬਰ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਨੂੰ ਗ੍ਰਿਫਤਾਰ ਕਰਨ ਦੇ ਲਈ ਕੁਝ ਹੋਰ ਥਾਵਾਂ ਤੇ ਵੀ ਛਾਪੇਮਾਰੀ ਹੈ ਜਿਹੜੀ ਉਹ ਕੀਤੀ ਹੈ, ਪਰ ਹਾਲੇ ਤੱਕ ਅੰਕਿਤ ਦਾਸ ਕਾਬੂ ਨਹੀਂ ਆ ਸਕਿਆ। ਲਖੀਮਪੁਰ ਮਾਮਲੇ ਦੇ ਵਿੱਚ ਕੁੱਲ ਚੌਥੀ ਗ੍ਰਿਫਤਾਰੀ ਹੈ। ਇਸ ਤੋਂ ਪਹਿਲਾਂ ਆਸ਼ੀਸ਼ ਮਿਸ਼ਰਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਆਸ਼ੀਸ਼ ਤੋਂ ਪਹਿਲਾਂ 2 ਹੋਰ ਜਣੇ ਗ੍ਰਿਫਤਾਰ ਕਰ ਲਏ ਗਏ ਸੀ ਤੇ ਆਸ਼ੀਸ਼ ਮਿਸ਼ਰਾ ਜਿਹੜਾ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਜੇਲ੍ਹ ਦੇ ਵਿੱਚ ਹੈ, ਇਸ ਵਕਤ ਪੁਲਿਸ ਰਿਮਾਂਡ ਦੇ ਵਿੱਚ ਹੈ। 3 ਦਿਨਾਂ ਪੁਲਿਸ ਰਿਮਾਂਡ, ਜਿਸ ਨੂੰ ਵੀਆਈਪੀ ਰਿਮਾਂਡ ਕਿਹਾ ਜਾ ਸਕਦਾ ਹੈ, ਉਸ ਨੂੰ ਮੰਗਲਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਲਿਜਾ ਕੇ ਪੁੱਛ ਪੜਤਾਲ ਕੀਤੀ। ਸਿਟ ਨੇ ਪੁੱਛ ਪੜਤਾਲ ਕੀਤੀ, ਵਿਸ਼ੇਸ਼ ਜਾਂਚ ਟੀਮ। ਹਾਲਾਂਕਿ ਅਦਾਲਤ ਨੇ ਜਦੋਂ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਸੀ ਤਾਂ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਕਿ ਆਸ਼ੀਸ਼ ਮਿਸ਼ਰਾ ਤੋਂ ਜਦੋਂ ਪੁਲਿਸ ਪੁੱਛ ਪੜਤਾਲ ਕਰੇਗੀ ਤਾਂ ਇਸ ਦੇ ਵਕੀਲਾਂ ਦੀ ਟੀਮ ਇਸ ਦੇ ਨਾਲ ਰਹੇਗੀ ਅਤੇ ਨਾਲ ਹੀ ਜਿਹੜਾ ਪੁਲਿਸ ਕੁਝ ਦੂਰੀ ਤੇ ਖੜ ਕੇ ਇਸ ਤੋਂ ਸਵਾਲ ਪੁੱਛੇਗੀ, ਇਸ ਨੂੰ ਜਿਹੜਾ ਹੱਥ ਵੀ ਨਹੀਂ ਲਾਵੇਗੀ, ਟੱਚ ਵੀ ਨਹੀਂ ਕਰੇਗੀ। ਤੇ 12 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੋਨੀਆਂ ਦੇ ਵਿੱਚ ਜੋ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਉਸ ਦੇ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਹੁੰਚੀ। ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਆਈ ਪ੍ਰਿਯੰਕਾ ਗਾਂਧੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਜ਼ਮੀਨ ਦੇ ਉੱਤੇ ਬਹਿਣਾ ਹੀ ਉਚਿਤ ਸਮਝਿਆ, ਕਿਉਂਕਿ ਇੱਕ ਦਿਨ ਪਹਿਲਾਂ ਕਿਸਾਨ ਲੀਡਰਾਂ ਨੇ ਕਹਿ ਦਿੱਤਾ ਸੀ ਕਿ ਸਿਆਸੀ ਲੀਡਰ ਜਿਹੜੇ ਮਰਜ਼ੀ ਆਉਣ ਪਰ ਸਟੇਜ ਤੇ ਨਹੀਂ ਬੈਠਣਗੇ, ਸਟੇਜ ਤੇ ਸਿਰਫ ਸ਼ਹੀਦਾਂ ਦੇ ਪਰਿਵਾਰ ਅਤੇ ਕਿਸਾਨ ਲੀਡਰ ਹੀ ਪਹੁੰਚਣਗੇ। ਤੇ ਇਸ ਸਮਾਗਮ ਦੇ ਵਿੱਚ ਕਈ ਕਿਸਾਨ ਲੀਡਰ ਵੀ ਜ਼ਮੀਨ ਦੇ ਉੱਤੇ ਬੈਠੇ ਦਿਖਾਈ ਦਿੱਤੇ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਪਾਰਟੀ ਦਾ ਵਫਦ ਲਖੀਮਪੁਰ ਖੀਰੀ ਕਤਲकांड ਮਾਮਲੇ ਦੇ ਵਿੱਚ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇਗਾ ਅਤੇ ਘਟਨਾ ਦੇ ਤੱਥਾਂ ਬਾਰੇ ਮੰਗ ਪੱਤਰ ਸੌਂਪੇਗਾ। ਇਸੇ ਦਰਮਿਆਨ ਯੂਪੀ ਦੇ ਵਿੱਚ ਪੋਸਟਰਾਂ ਦੀ ਸਿਆਸਤ ਵੀ ਹੋ ਰਹੀ ਹੈ। ਲਖਨਊ ਤੋਂ ਲਖੀਮਪੁਰ ਦੇ ਰਾਹ ਦੇ ਵਿੱਚ ਬਹੁਤ ਸਾਰੇ ਅਜਿਹੇ ਪੋਸਟਰ ਲਾਏ ਗਏ ਜਿਹੜੇ ਕਿ ਲੋਕਾਂ ਨੇ ਪੜ੍ਹੇ, ਜਿਹੜੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਸੀ। ਇਹਦੇ ਵਿੱਚ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਵਾਲੇ ਕੁਝ ਸੁਨੇਹੇ ਸਿੱਖ ਭਾਈਚਾਰੇ ਵੱਲੋਂ ਛਾਪੇ ਗਏ। ਪੋਸਟਰਾਂ ਵਿੱਚੋਂ ਇੱਕ ਤੇ ਲਿਖਿਆ ਸੀ, ਕਿਸੇ ਜਾਲੀ ਹਮਦਰਦੀ ਦੀ ਲੋੜ ਨਹੀਂ ਹੈ, ਲਖੀਮਪੁਰ ਦੇ ਕਿਸਾਨ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਤੋਂ ਹਮਦਰਦੀ ਨਹੀਂ ਚਾਹੁੰਦੇ, ਯਾਨੀ ਕਿ ਸਾਫ਼ ਤੌਰ ਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਹੋਰ ਪੋਸਟਰ ਦੇ ਵਿੱਚ ਸੁਨੇਹਾ ਲਿਖਿਆ ਗਿਆ, ਕਿਸੇ ਜਾਲੀ ਹਮਦਰਦੀ ਦੀ ਲੋੜ ਨਹੀਂ, ਤੁਹਾਡੀ ਝੋਲੀ ਖੂਨ ਦੇ ਨਾਲ ਭਰੀ ਹੋਈ ਹੈ, ਤੁਸੀਂ ਸਾਨੂੰ ਕੀ ਦਿਓਗੇ, ਅਸੀਂ ਤੁਹਾਡਾ ਸਾਥ ਨਹੀਂ ਚਾਹੁੰਦੇ। ਇਹ ਪੋਸਟਰ ਸੂਬਾ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸਰਦਾਰ ਪਰਵਿੰਦਰ ਸਿੰਘ ਦੇ ਨਾਮ ਹੇਠ ਛਾਪੇ ਗਏ। ਇਹਨਾਂ ਤੋਂ ਸਪਸ਼ਟ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੋਸਟਰ ਉਹਨਾਂ ਲੋਕਾਂ ਵੱਲੋਂ ਲਾਏ ਗਏ ਜੋ ਸੂਬੇ ਦੀ ਯੋਗੀ ਸਰਕਾਰ ਦਾ ਸਮਰਥਨ ਕਰਦੇ ਨੇ। ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਵੀ ਸਿਆਸਤ ਦੀ ਰਾਜਨੀਤੀ ਹੈ ਜਿਹੜੀ ਉਹ ਖੇਡ ਰਹੀ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਦਬਾਅ ਬਹੁਤ ਬਣਾਇਆ ਹੋਇਆ, ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੇ ਰਾਜ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਜਿਸ ਨੂੰ ਸਿੱਖ ਨਸਲਕੁਸ਼ੀ ਮੰਨਦੇ ਨੇ 1984 ਦੇ ਵਿੱਚ। ਉਸ ਦੇ ਨਾਲ ਉਸੇ ਸਾਲ ਦੇ ਵਿੱਚ ਹੀ ਜੂਨ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੇ ਮੁਕੱਦਸ ਅਸਥਾਨ ਤੇ ਵੀ ਹਮਲਾ ਕੀਤਾ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਤੇ ਕਾਂਗਰਸ ਦੇ ਰਾਜ ਦੇ ਵਿੱਚ ਹੀ ਕੀਤਾ ਗਿਆ ਸੀ। ਇਸ ਕਰਕੇ ਸਵਾਲ ਤਾਂ ਉੱਠਣਗੇ ਹੀ। ਇਸ ਦਰਮਿਆਨ ਬੀਜੇਪੀ ਨੇ ਵੀ ਵਗਦੀ ਗੰਗਾ ਦੇ ਵਿੱਚ ਨਹਾਉਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਤੇ ਲਖੀਮਪੁਰ ਖੀਰੀ ਕਤਲੇਆਮ ਨੂੰ ਲੈ ਕੇ ਸਿਆਸਤ ਕਰਨ ਅਤੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਵਿੱਚ ਦਲਿਤਾਂ ਅਤੇ ਪਿਛੜੇ ਲੋਕਾਂ ਤੇ ਹੋ ਰਹੀ ਹਿੰਸਾ ਨੂੰ ਲੈ ਕੇ ਚੁੱਪੀ ਸਾਧਨ ਦਾ ਇਲਜ਼ਾਮ ਲਾਇਆ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬੀਜੇਪੀ ਦੇ ਸਾਂਸਦ ਤੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਯੂਪੀ ਵਿੱਚ ਕਿਸ ਪ੍ਰਕਾਰ ਦੀ ਸਿਆਸਤ ਕੀਤੀ ਜਾ ਰਹੀ ਹੈ। ਬੀਜੇਪੀ ਨੇ ਵਾਰ-ਵਾਰ ਕਿਹਾ, ਮੈਂ ਫੇਰ ਕਹਿ ਰਿਹਾ ਕਿ ਲਖੀਮਪੁਰ ਖੀਰੀ ਦੇ ਵਿੱਚ ਜੋ ਹੋਇਆ ਬਹੁਤ ਹੀ ਦੁਖਦ ਹੈ ਤੇ ਉਸ ਪੂਰੇ ਮਸਲੇ ਦੀ ਜਾਂਚ ਹੈ ਜਿਹੜੀ ਉਹ ਚੱਲ ਰਹੀ ਹੈ, ਨਿਰਪੱਖ ਚੱਲ ਰਹੀ ਹੈ, ਪਰ ਕੁਝ ਲੋਕ ਨੇ ਜਿਹੜੇ ਉਹ ਸਿਆਸਤ ਖੇਡ ਰਹੇ ਨੇ। ਉਹਨਾਂ ਨੇ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਬਾਰੇ ਕਿਹਾ ਕਿ ਗਾਂਧੀ ਪਰਿਵਾਰ ਆਪਣੇ ਆਪ ਨੂੰ ਚੈਂਪੀਅਨਸ ਆਫ ਦਲਿਤ ਰਾਈਟਸ ਦੇ ਰੂਪ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕਾਂਗਰਸ ਉਹਨਾਂ ਸੂਬਿਆਂ ਦੇ ਵਿੱਚ ਹੋ ਰਹੀ ਹਿੰਸਾ ਤੇ ਚੁੱਪ ਕਿਉਂ ਹੈ ਜਿੱਥੇ ਉਹਨਾਂ ਦੀ ਆਪਣੀ ਸਰਕਾਰ ਹੈ। ਸੰਬਿਤ ਨੇ ਕਿਹਾ ਕਿ ਰਾਜਸਥਾਨ ਦੇ ਪ੍ਰੇਮਪੁਰਾ ਪਿੰਡ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਸਦੇ ਮ੍ਰਿਤਕ ਸਰੀਰ ਨੂੰ ਉਸਦੇ ਘਰ ਦੇ ਸਾਹਮਣੇ ਸੁੱਟ ਦਿੱਤਾ ਗਿਆ, ਪਰ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਜਾਂ ਫਿਰ ਅਖਿਲੇਸ਼ ਯਾਦਵ ਜਾਂ ਬੰਗਾਲ ਦਾ ਹੋਰ ਕੋਈ ਵੀ ਲੀਡਰ ਉੱਥੇ ਨਹੀਂ ਗਿਆ। ਆਖਿਰਕਾਰ ਕਿਉਂ?
12 ਅਕਤੂਬਰ ਨੂੰ NHRC ਦਾ 28ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਯਾਨੀ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਜਿਹੜਾ ਸਥਾਪਨਾ ਦਿਵਸ ਮਨਾਇਆ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਖਾਸ ਤੌਰ ਤੇ ਪਹੁੰਚੇ ਹੋਏ ਸੀ। ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਹੋਏ ਮੋਦੀ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਨਾਲ-ਨਾਲ ਕਰਤੱਵਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਹੈ। ਕਹਿੰਦੇ ਮਨੁੱਖੀ ਅਧਿਕਾਰਾਂ ਨੂੰ ਸਿਆਸੀ ਚਸ਼ਮੇ ਦੇ ਨਾਲ ਦੇਖਣਾ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਮੋਦੀ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਬਹੁਤ ਜ਼ਿਆਦਾ ਉਲੰਘਣਾ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਸਿਆਸੀ ਰੰਗ ਦੇ ਨਾਲ ਦੇਖਿਆ ਜਾਂਦਾ ਹੈ, ਸਿਆਸੀ ਚਸ਼ਮੇ ਨਾਲ ਦੇਖਿਆ ਜਾਂਦਾ ਹੈ, ਸਿਆਸੀ ਨਫਾ ਨੁਕਸਾਨ ਦੇ ਤਰਾਜੂ ਦੇ ਨਾਲ ਤੋਲਿਆ ਜਾਂਦਾ ਹੈ। NHRC ਯਾਨੀ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਥਾਪਨਾ 12 ਅਕਤੂਬਰ 1993 ਨੂੰ ਹੋਈ ਸੀ ਤੇ ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ NHRC ਦੇ ਚੇਅਰਪਰਸਨ ਜਸਟਿਸ ਅਰੁਣ ਕੁਮਾਰ ਮਿਸ਼ਰਾ ਮੌਜੂਦ ਰਹੇ ਤੇ ਮਨੁੱਖੀ ਅਧਿਕਾਰਾਂ ਦੇ ਇਸ ਦਿਹਾੜੇ ਮੌਕੇ ਜਿਹੜੇ ਅਰੁਣ ਕੁਮਾਰ ਮਿਸ਼ਰਾ ਹੈਗੇ ਨੇ, ਜਿਹੜੇ ਇਸ ਕਮਿਸ਼ਨ ਦੇ ਚੇਅਰਪਰਸਨ ਨੇ, ਉਹਨਾਂ ਨੇ ਅਮਿਤ ਸ਼ਾਹ ਦੀ ਜੰਮ ਕੇ ਰੱਜ ਕੇ ਤਾਰੀਫ ਕੀਤੀ। ਕਹਿੰਦੇ ਅਮਿਤ ਸ਼ਾਹ ਤੁਹਾਡੇ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ ਵਿਦੇਸ਼ੀ ਤਾਕਤਾਂ ਦੇ ਵੱਲੋਂ ਭਾਰਤ ਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਇਲਜ਼ਾਮ ਲੱਗਣਾ ਇੱਕ ਜਿਵੇਂ ਰਸਮ ਬਣ ਗਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਅਰੁਣ ਮਿਸ਼ਰਾ ਨੇ ਜੰਮੂ ਕਸ਼ਮੀਰ ਚੋਂ ਆਰਟੀਕਲ 370 ਖਤਮ ਕਰਨ ਅਤੇ ਇਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਕੇਂਦਰ ਸਰਕਾਰ ਦੇ ਕਦਮਾਂ ਨੂੰ ਅਮਿਤ ਸ਼ਾਹ ਨੂੰ ਪੂਰਾ ਜਿਹੜਾ ਹੈਗਾ ਇਹਦਾ ਕ੍ਰੈਡਿਟ ਦਿੱਤਾ ਹੈ ਕਿ ਅਮਿਤ ਸ਼ਾਹ ਦੇ ਕਰਕੇ ਮਨੁੱਖੀ ਅਧਿਕਾਰ ਜਿਹੜੇ ਉੱਥੇ ਬਚ ਗਏ। ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਈ ਹੈ ਤੇ ਅਮਿਤ ਸ਼ਾਹ ਨੂੰ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਵਾਲਾ ਹੀਰੋ ਦੱਸਿਆ ਗਿਆ। ਉਧਰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਯੂਪੀ ਦੇ ਤਿਕੋਨੀਆ ਦੇ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਸਿਰਸਾ ਨੇ ਕਿਹਾ ਕਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਫੈਸਲਾ ਲਿਆ ਹੈ ਕਿ ਦਿੱਲੀ ਕਮੇਟੀ ਲਖੀਮਪੁਰ ਖੀਰੀ ਵਿੱਚ ਜਿੱਥੇ ਹਾਦਸਾ ਵਾਪਰਿਆ, ਜਿੱਥੇ ਕਿਸਾਨਾਂ ਦਾ ਕਤਲੇਆਮ ਕੀਤਾ ਗਿਆ ਹੈ, ਉਸ ਅਸਥਾਨ ਤੇ ਥਾਂ ਲੈ ਕੇ ਸ਼ਹੀਦਾਂ ਦੀ ਸਮਾਰਕ ਹੈ ਜਿਹੜੀ ਉਹ ਬਣਾਏਗੀ। ਸਿਰਸਾ ਨੇ ਕਿਹਾ ਕਿ ਯਾਦਗਾਰ ਆਉਣ ਵਾਲੇ ਸਮੇਂ ਤੱਕ ਸਰਕਾਰਾਂ ਤੇ ਨਵੀਂ ਪੀੜ੍ਹੀ ਨੂੰ ਯਾਦ ਕਰਾਏਗੀ ਕਿ ਸਰਕਾਰ ਨੇ ਸਾਡੇ ਤੇ ਜ਼ਬਰ ਜ਼ੁਲਮ ਢਾਇਆ ਸੀ ਤਾਂ ਅਸੀਂ ਡਰੇ ਨਹੀਂ ਤੇ ਦਬੇ ਨਹੀਂ, ਬਲਕਿ ਯਾਦਗਾਰ ਦੇ ਰੂਪ ਦੇ ਵਿੱਚ ਉਸ ਜ਼ੁਲਮ ਦੀ ਨਿਸ਼ਾਨੀ ਹੈ ਜਿਹੜੀ ਉਹ ਸਾਂਭੀ ਹੈ। ਸੋ ਦਿੱਲੀ ਕਮੇਟੀ ਦੇ ਵੱਲੋਂ ਥਾਂ ਖਰੀਦੀ ਜਾਏਗੀ, ਉੱਥੇ ਯਾਦਗਾਰ ਹੈ ਜਿਹੜੀ ਉਹ ਉਸਾਰੀ ਜਾਏਗੀ। ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿੱਥੇ ਇਹ ਹਾਦਸਾ ਹੋਇਆ, ਜਿੱਥੇ ਕਤਲੇਆਮ ਕੀਤਾ ਗਿਆ, ਉਸੇ ਸਥਾਨ ਤੇ ਜਗ੍ਹਾ ਲੈ ਕੇ ਤੇ ਇਹਨਾਂ ਸ਼ਹੀਦਾਂ ਦਾ ਇੱਕ ਸਮਾਰਕ ਬਣਾਉਗੀ ਤਾਂ ਕਿ ਆਉਣ ਵਾਲੇ ਸਮੇਂ ਤੱਕ ਸਰਕਾਰਾਂ ਨੂੰ ਵੀ ਯਾਦ ਰਵੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਦਰ ਪੀੜ੍ਹੀ ਨੂੰ ਯਾਦ ਰਵੇ ਕਿ ਜੇਕਰ ਸਰਕਾਰ ਨੇ ਸਾਡੇ ਤੇ ਜ਼ਬਰ ਔਰ ਜ਼ੁਲਮ ਢਾਇਆ ਤੇ ਅਸੀਂ ਉਸ ਜ਼ਬਰ ਔਰ ਜ਼ੁਲਮ ਦੇ ਅੱਗੇ ਡਰੇ ਨਹੀਂ, ਦਬੇ ਨਹੀਂ, ਬਲਕਿ ਉਸ ਨੂੰ ਯਾਦਗਾਰ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਕਾਇਮ ਕੀਤਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੁਰੰਤ ਜਗ੍ਹਾ ਲੈ ਕੇ ਇਸ ਸ਼ਹੀਦੀ ਸਮਾਰਕ ਦਾ ਕਾਰਜ ਸ਼ੁਰੂ ਕਰਾਓ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪੰਜਾਬ ਕੈਬਨਿਟ ਦੇ ਹੋਰ ਮੈਂਬਰਾਂ ਨੇ ਵੀ ਲਖੀਮਪੁਰ ਖੀਰੀ ਘਟਨਾ ਦੇ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਦੇ ਵਿੱਚ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ਤੇ ਉਪ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਦੇ ਵਿੱਚ ਨਿਰਪੱਖ ਜਾਂਚ ਦੇ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਬਹੁਤ ਜ਼ਰੂਰੀ ਹੈ। ਲਖੀਮਪੁਰ ਖੀਰੀ ਕਤਲकांड ਦੀ ਯਾਦ ਵਿੱਚ ਕੱਲੇ ਲਖੀਮਪੁਰ ਦੇ ਤਿਕੋਨੀਆ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਸ਼ਰਧਾਂਜਲੀ ਸਮਾਗਮ ਕੀਤੇ ਗਏ। ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸ਼ਰਧਾਂਜਲੀ ਸਮਾਗਮ ਸ਼ੁਰੂ ਕੀਤੇ ਗਏ ਤੇ ਕਸਬਾ ਬੰਗਾ ਦੇ ਗੜਸ਼ੰਕਰ ਚੌਂਕ ਦੇ ਵਿੱਚ ਵੀ ਇਥੋਂ ਦੇ ਨਿਵਾਸੀਆਂ ਨੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ, ਅਰਦਾਸ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਆਮ ਲੋਕ ਨੇ, ਜਿਹੜੇ ਇਲਾਕੇ ਦੇ ਲੋਕ ਨੇ, ਉਹ ਸ਼ਾਮਿਲ ਹੋਏ। ਤੇ ਕਿਸਾਨਾਂ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਕੱਢੇ ਗਏ। ਕਿਸਾਨਾਂ ਨੇ ਇਹ ਵੀ ਅਪੀਲ ਕੀਤੀ ਸੀ ਕਿ ਹਰ ਇਨਸਾਨ ਹੈ ਜਿਹੜਾ ਦੇਸ਼ ਦਾ ਹਰ ਵਾਸੀ ਹੈ, ਉਹ ਰਾਤ ਨੂੰ 8 ਵਜੇ ਦੀਵੇ ਜ਼ਰੂਰ ਬਾਲੇ ਇਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ। ਅਤੇ ਪੰਜਾਬ ਹੋਵੇ, ਹਰਿਆਣਾ ਹੋਵੇ ਜਾਂ ਫਿਰ ਬਾਰਡਰ ਹੋਣ, ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਚੰਡੀਗੜ੍ਹ ਦੀਆਂ ਥਾਵਾਂ, ਸਭ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਸਾਰੇ ਲੋਕਾਂ ਨੇ
ਵਿਛੜੇ ਹੋਏ ਜਿਹੜੇ ਕਿਸਾਨ ਨੇ, ਸ਼ਹੀਦ ਹੋਣ ਵਾਲੇ ਕਿਸਾਨ ਨੇ, ਦਰਿੰਦਗੀ ਦੇ ਨਾਲ ਮਾਰੇ ਜਾਣ ਵਾਲੇ ਕਿਸਾਨ ਨੇ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਦੀਵੇ ਬਾਲ ਕੇ। किसान मजदूर एकता जिंदाबाद। भगत सिंह तेरी सोच ते देंगे ठोक के, किसानों पार्टी सोच ते देंगे ठोक के, किसानों पार्टी सोच ते देंगे ठोक के। काले कानून रद्द करो, काले कानून रद्द करो, काले कानून रद्द करो। भगत सिंह तेरी सोच ते देंगे ठोक के, किसानों ਤੁਹਾਡੀ ਸੋਚ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਅਕਤੀ ਦੀ ਆਜ਼ਾਦੀ ਮਹੱਤਵਪੂਰਨ ਹੈ। ਜ਼ਮਾਨਤ ਅਰਜ਼ੀ ਤੇ ਜਿੰਨੀ ਛੇਤੀ ਸੁਣਵਾਈ ਹੋ ਸਕੇ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਤੇ ਗ੍ਰਿਫਤਾਰੀ ਤੋਂ ਬਾਅਦ ਦੀ ਜ਼ਮਾਨਤ ਲਈ ਦਾਇਰ ਅਰਜ਼ੀਆਂ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ, ਪਰ ਘੱਟੋ ਘੱਟ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਅਜਿਹੀਆਂ ਅਪੀਲਾਂ ਤੇ ਛੇਤੀ ਸੁਣਵਾਈ ਹੋਵੇ। ਜਸਟਿਸ ਅਜੇ ਰਸਤੋਗੀ ਅਤੇ ਜਸਟਿਸ AS ਓਕਾ ਦੇ ਬੈਂਚ ਨੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਦਰਜ ਕੇਸ ਦੇ ਸੰਬੰਧ ਵਿੱਚ ਇਸ ਸਾਲ ਮਾਰਚ ਵਿੱਚ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਦੇ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਇਹ ਟਿੱਪਣੀ ਕੀਤੀ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਉਸ ਦੀ ਜ਼ਮਾਨਤ ਦੀ ਅਰਜ਼ੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਈ ਹੈ, ਉਸ ਤੇ ਤੁਰੰਤ ਸੁਣਵਾਈ ਕੀਤੀ ਜਾਵੇ। ਤੇ ਅਰਵਿੰਦ ਕੇਜਰੀਵਾਲ ਦੀ ਇਸ ਪੰਜਾਬ ਫੇਰੀ ਦੇ ਉੱਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਸ਼ਾਨਾ ਸਾਧਿਆ ਹੈ। ਰਾਜਾ ਵੜਿੰਗ ਨੇ ਦਰਅਸਲ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਤੋਂ ਸਮਾਂ ਮੰਗਿਆ ਸੀ ਟਰਾਂਸਪੋਰਟ ਦੇ ਮਸਲੇ ਤੇ ਗੱਲਬਾਤ ਕਰਨ ਦੇ ਲਈ। ਤਾਂ ਰਾਜਾ ਵੜਿੰਗ ਨੇ ਕਿਹਾ ਕਿ ਪ੍ਰੈਸ ਵਾਰਤਾ ਦੇ ਲਈ ਵਕਤ ਹੈ, ਪੰਜਾਬ ਆ ਕੇ ਲੱਛੇਦਾਰ ਭਾਸ਼ਣ ਦੇਣ ਦੇ ਲਈ ਤੁਹਾਡੇ ਕੋਲ ਵਕਤ ਹੈ, ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਵੀ ਵਕਤ ਹੈ, ਪੰਜਾਬ ਦੇ ਟਰਾਂਸਪੋਰਟ ਮਾਫੀਆ ਨੂੰ बढ़ावा ਦੇਣ ਦੇ ਲਈ ਵੀ ਵਕਤ ਹੈ। थोड़ा वक्त मुख्यमंत्री अरविंद केजरीवाल साहब सानू भी दे दो मिलने का रिमाइंडर नंबर 1 ये उन्होंने रिमाइंडर पाया है अमरिंदर सिंह राजा वड़िंग ने। चंडीगढ़ प्रशासन ने पटाखियां ते पूर्ण पाबंदी ला दी है। चंडीगढ़ दे विच हुण ना तां पटाखे वेचे जा सकते हैं ते ना ही खरीदे जा सकते हैं ते ये पाबंदी अगले हुक्मां तक जारी रहेगी। दुशहरा होवे चाहे दिवाली जां होर कोई त्यौहार, किसी भी त्यौहार ते तुसीं पटाखे चंडीगढ़ दे विच नहीं चला सकते। श्री अकाल तख्त साहब के कार्यकारी जथेदार ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਦੇ ਵਿੱਚ ਹੋ ਰਹੇ ਧਰਮ ਪਰਿਵਰਤਨ ਤੇ ਆਖਿਰਕਾਰ ਚਿੰਤਾ ਹੋ ਹੀ ਗਈ ਹੈ। ਧਰਮ ਪਰਿਵਰਤਨ ਦੇ ਮਸਲੇ ਤੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਈਸਾਈ ਮਿਸ਼ਨਰੀ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਵਾ ਰਹੇ ਨੇ। ਕਹਿੰਦੇ ਸਾਡੇ ਕੋਲ ਅਜਿਹੀਆਂ ਰਿਪੋਰਟਾਂ ਨੇ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਜਥੇਦਾਰ ਨੇ SGPC ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਵੀ ਕੀਤੀ ਹੈ। दरअसल श्रोमणी गुरुद्वारा प्रबंधक कमेटी ने धर्म परिवर्तन नूं रोकण दे लई घर घर अंदर धर्मसाल मुहिम शुरू की है, क्योंकि सब तो वध निशाना जिहड़ा ईसाई मिशनरी वो सिखां नूं ही बना रहे ने। ते माझा पट्टी दे विच तां तरन ताਰਨ गुरदासपुर वाले पासे बहुत वड्डी गिणती दे विच लोक ईसाई धर्म जिहड़ा हैगा ਉਹ अपना चुके ने। धर्म जिहड़ा हुंदा है ये मनुख दी आत्मा दा मामला हुंदा है। फोर्सली या लालच ਦੇ ਨਾਲ ਕਿਸੇ ਦਾ ਕਨਵਰਜ਼ਨ ਕਰਾਉਣਾ ਜਿਹੜਾ ਹੈ ਇਹ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮੁਹਿੰਮ ਚਲਾਈ ਹੈ ਘਰ ਘਰ ਅੰਦਰ ਧਰਮਸਾਲ, ਇਹਨੂੰ ਜਿਹੜਾ ਹੈ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਹੋਰ ਬਲ ਜਿਹੜਾ ਹੈ ਦੇਣ, ਆਪਣਾ ਸਹਿਯੋਗ ਦੇ ਕੇ, ਤਾਂ ਜੋ ਅਸੀਂ ਇਹ ਜਿਹੜੀ ਸਮੱਸਿਆ ਸਾਡੇ ਸਾਹਮਣੇ ਜਿਹੜੀ ਹੈ ਇੱਕ ਬਹੁਤ ਭਿਅੰਕਰ ਰੂਪ ਧਾਰਨ ਕਰਕੇ ਖੜੋਤੀ ਹੈ ਕਨਵਰਜ਼ਨ ਦੀ, ਤੇ ਇਸ ਨੂੰ ਅਸੀਂ ਜਿਹੜਾ ਹੈ ਉਹ ਮਾਮਲੇ ਨੂੰ ਜਿਹੜਾ ਹੱਲ ਕਰ ਸਕੀਏ, ਇਹਦਾ ਮੁਕਾਬਲਾ ਕਰ ਸਕੀਏ। ਇਹ ਬੜਾ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸੇ ਮਸਲੇ ਤੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸਾਡੀਆਂ ਜਿਹੜੀਆਂ ਟੀਮਾਂ ਨੇ ਪਿੰਡਾਂ ਦੇ ਘਰ ਘਰ ਵਿੱਚ ਜਾ ਕੇ ਸਿੱਖ ਇਤਿਹਾਸ ਸੰਬੰਧੀ ਇਸ਼ਤਿਹਾਰ ਵੰਡਦੀਆਂ ਨੇ, ਘਰ ਘਰ ਜਾ ਕੇ ਸੁਨੇਹੇ ਦਿੰਦੀਆਂ ਨੇ। ਇੱਕ ਟੀਮ ਇੱਕ ਪਿੰਡ ਦੇ ਵਿੱਚ ਇੱਕ ਹਫ਼ਤਾ ਰਹਿੰਦੀ ਹੈ ਤੇ ਕੈਂਪ ਲਾਏ ਜਾਂਦੇ ਨੇ। ਗੁਰੂ ਘਰਾਂ ਦੇ ਵਿੱਚ ਪਰਿਵਾਰਾਂ ਸਮੇਤ ਬੱਚੇ ਪਹੁੰਚ ਰਹੇ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਧਰਮ ਪਰਿਵਰਤਨ ਨੂੰ ਠੱਲਣ ਦੀ, ਕਿਉਂਕਿ ਸਿੱਖਾਂ ਨੂੰ ਇਸ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠਕ ਕੀਤੀ, ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਦੇ ਢੰਗ ਦੇ ਨਾਲ ਤੇ ਪੂਰਨ ਗੁਰਮਰਿਆਦਾ ਦੇ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ ਉਸ ਦੀ ਸ਼ਲਾਘਾ ਕੀਤੀ। ਕਿਹਾ ਕਿ ਇਸ ਨਾਲ ਬਾਕੀ ਲੋਕਾਂ ਨੂੰ ਵੀ ਪ੍ਰੇਰਣਾ ਮਿਲੇਗੀ ਤੇ ਵਫਦ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਵੀ ਦਿੱਤਾ। हरियाणा सरकार ने मुलाजमां नूं खाकी निकरां पवाउण दी तैयारी कर ली है। जी हाँ, बिल्कुल ये सही खबर है कि हरियाणे दी मुख मंत्री मनोहर लाल खट्टर सरकार ने यह फैसला जिहड़ा ये लिया है कि जिहड़े मुलाजम हैगे ने उन्हां नूं हुण धक्के दे नाल संगी बनाया जावेगा। हरियाणे दे विच 41 साल पहलां सरकारी मुलाजमां उत्ते RSS दीआं गतिविधियां विच शामिल होण ते लगी रोक बीजेपी सरकार ने हटा दित्ती है।
ਹਰਿਆਣਾ ਦੀ ਬੀਜੇਪੀ ਦੀ ਅਗਵਾਈ ਵਾਲੀ ਖੱਟਰ ਸਰਕਾਰ ਨੇ 2 ਅਪ੍ਰੈਲ 1980 ਅਤੇ 11 ਜਨਵਰੀ 1967 ਦੇ ਸਰਕਾਰੀ ਹੁਕਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਨੇ। ਇਹਨਾਂ ਹੁਕਮਾਂ ਦੇ ਵਾਪਸ ਲੈਣ ਦੇ ਨਾਲ ਹੁਣ ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਨੂੰ RSS ਯਾਨੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਣ ਦੀ ਖੁੱਲ੍ਹ ਮਿਲ ਗਈ ਹੈ। ਬੀਜੇਪੀ ਸਰਕਾਰ ਨੇ ਤਤਕਾਲੀਨ ਸਾਬਕਾ ਕਾਂਗਰਸ ਸਰਕਾਰ ਦੇ ਵੱਲੋਂ 1980 ਵਿੱਚ ਲਾਈ ਰੋਕ ਨਾਲ ਸੰਬੰਧਿਤ ਪੁਰਾਣੇ ਹੁਕਮ ਵਾਪਸ ਲੈ ਲਏ ਨੇ, ਜਿਸ ਤੋਂ ਬਾਅਦ ਇੱਕ ਖੁੱਲ੍ਹ ਜਿਹੜੀ ਮਿਲ ਗਈ ਹੈ। ਮੁੱਖ ਸਕੱਤਰ ਵਿਜੇ ਵਰਧਨ ਨੇ ਚਿੱਠੀ ਜਾਰੀ ਕਰਕੇ ਹੁਕਮ ਵਾਪਸ ਲਏ ਨੇ, ਜਦਕਿ ਦੂਜੀਆਂ ਸਿਆਸੀ ਪਾਰਟੀਆਂ ਨਾਲ ਜੁੜਨ ਅਤੇ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਤੇ ਰੋਕ ਲਾਈ ਗਈ ਹੈ। ਯਾਨੀ ਕਿ ਇੱਕ ਤੀਰ ਦੇ ਨਾਲ 2 ਨਿਸ਼ਾਨੇ। ਖੁੱਲ੍ਹ ਤਾਂ ਉਹਨਾਂ ਨੂੰ ਦਿੱਤੀ ਗਈ ਹੈ ਕਿ RSS ਦੇ ਸਮਾਗਮਾਂ ਵਿੱਚ ਸ਼ਾਮਿਲ ਹੋਵੋ, ਰੋਕ ਲਾਈ ਗਈ ਹੈ ਕਿ ਬਾਕੀ ਸਿਆਸੀ ਪਾਰਟੀਆਂ ਦੇ ਨਾਲ ਨਾ ਜੁੜਿਆ ਜਾਵੇ, ਜੁੜ ਨਹੀਂ ਸਕਦੇ ਸਰਕਾਰੀ ਮੁਲਾਜ਼ਮ ਤੇ ਉਹਨਾਂ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਿਲ ਨਹੀਂ ਹੋ ਸਕਦੇ। ਇਸ ਨੂੰ ਡਿਕਟੇਟਰਸ਼ਿਪ ਨਹੀਂ ਕਹੋਗੇ ਤਾਂ ਕੀ ਕਹੋਗੇ? ਤੇ ਇਸ ਨੂੰ ਮੰਨਿਆ ਜਾ ਸਕਦਾ ਹੈ ਬੀਜੇਪੀ ਦੇ ਕਈ ਲੀਡਰਾਂ ਦੇ ਵੱਲੋਂ ਵਾਰੀ-ਵਾਰੀ ਜਿਹੜੇ ਸਮੇਂ-ਸਮੇਂ ਤੇ ਬਿਆਨ ਦਿੱਤੇ ਜਾਂਦੇ ਨੇ ਕਿ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਇਆ ਜਾਵੇਗਾ, ਤਾਂ ਇਹ ਵੀ ਸ਼ਾਇਦ ਉਸੇ ਵੱਲ ਨੂੰ ਵਾਧਾ ਕਦਮ ਹੈ। RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸੰਘ ਦਾ ਮਕਸਦ ਹਿੰਦੂ ਸਮਾਜ ਨੂੰ ਇਕੱਠੇ ਕਰਨਾ ਹੈ, ਸੰਗਠਿਤ ਕਰਨਾ ਹੈ। ਇਸ ਲਈ ਔਰਤਾਂ ਦੀ 50% ਸ਼ਮੂਲੀਅਤ ਜ਼ਰੂਰੀ ਬਣਦੀ ਹੈ। ਯਾਨੀ ਕਿ ਔਰਤਾਂ ਨੂੰ ਵੀ ਹੁਣ ਖਾਕੀ ਵਰਦੀ ਹੈ ਜਿਹੜੀ ਉਹ ਪਵਾਈ ਜਾਏਗੀ। ਖੱਟਰ ਸਰਕਾਰ ਨੇ ਰੋਕ ਲਾਉਣ ਵਾਲੇ 1968 ਤੇ 1980 ਦੇ ਵਿੱਚ ਜਾਰੀ ਕੀਤੇ ਦੋਵੇਂ ਹੁਕਮ ਵਾਪਸ ਲੈ ਲਏ ਨੇ। 1967 ਤੇ 1980 ਵਿੱਚ ਸਰਕਾਰ ਵੱਲੋਂ ਜਾਰੀ ਕੀਤੇ ਇਹਨਾਂ ਹੁਕਮਾਂ ਮੁਤਾਬਿਕ ਸਰਕਾਰੀ ਕਰਮਚਾਰੀ RSS ਦੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਹੀ ਨਹੀਂ ਸਕਦੇ ਸੀ। ਹਰਿਆਣਾ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਕਿਹਾ ਕਿ ਹਰਿਆਣਾ ਸਿਵਲ ਸੇਵਾਵਾਂ ਨਿਯਮ 2016 ਦੇ ਲਾਗੂ ਹੋਣ ਨਾਲ 2 ਅਪ੍ਰੈਲ 1980 ਅਤੇ 11 ਅਪ੍ਰੈਲ 1967 ਦੇ ਸਰਕਾਰੀ ਹੁਕਮ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲੈ ਲਏ ਗਏ ਨੇ, ਕਿਉਂਕਿ ਉਹ ਹੁਣ ਸੰਬੰਧਿਤ ਨਹੀਂ ਹਨ। ਦੂਸਰੇ ਪਾਸੇ ਕਾਂਗਰਸ ਨੇ ਇਸ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਲੀਡਰ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਬੀਜੇਪੀ ਨੂੰ ਨਿਸ਼ਾਨਾ ਬਣਾਇਆ, ਪੁੱਛਿਆ ਕਿ ਸਰਕਾਰ ਚਲਾ ਰਹੇ ਹੋ ਜਾਂ ਫਿਰ ਭਾਜਪਾ ਤੇ RSS ਦੇ ਸਕੂਲ ਚਲਾ ਰਹੇ ਹੋ। ਦਿੱਲੀ ਪੁਲਿਸ ਦੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਿਸ ਨੇ ਕਿਹਾ ਕਿ 10 ਸਾਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ ਕੀਤਾ ਹੈ। ਪੂਰਬੀ ਦਿੱਲੀ ਦੇ ਲక్ష్ਮੀ ਨਗਰ ਇਲਾਕੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਤੇ ਕਬਜ਼ੇ ਵਿੱਚੋਂ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਡਿਪਟੀ ਪੁਲਿਸ ਕਮਿਸ਼ਨਰ ਸਪੈਸ਼ਲ ਸੈੱਲ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਸਨੀਕ ਮੁਹੰਮਦ ਅਸ਼ਰਫ ਉਰਫ ਅਲੀ ਨੇ ਜਾਲੀ ਦਸਤਾਵੇਜ਼ਾਂ ਰਾਹੀਂ ਭਾਰਤੀ ਪਛਾਣ ਪੱਤਰ ਪ੍ਰਾਪਤ ਕੀਤਾ। ਭਾਰਤੀ ਨਾਗਰਿਕ ਵਜੋਂ ਰਹਿ ਰਿਹਾ ਸੀ। ਉਹਦੇ ਕੋਲੋਂ AK-47 ਰਾਈਫਲ, ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਇਆ। ਪੁਲਿਸ ਦਾ ਦਾਅਵਾ ਹੈ ਕਿ ਪਛਾਣ ਛਪਾ ਕੇ ਉਹ ਰਹਿ ਰਿਹਾ ਸੀ। ਉਹਦੇ ਕੋਲੋਂ AK-47 ਰਾਈਫਲ, ਹੈਂਡ ਗ੍ਰੇਨੇਡ ਤੇ ਵਿਸਫੋਟਕ ਨੇ ਜਿਹੜੇ ਉਹ ਬਰਾਮਦ ਹੋਏ ਨੇ। ਪੁਲਿਸ ਦਾ ਕਹਿਣਾ ਹੈ ਕਿ ਇੱਕ ਵੱਡੀ ਘਟਨਾ ਦੇ ਵਾਪਰਨ ਤੋਂ ਅਸੀਂ ਰੋਕ ਦਿੱਤਾ ਹੈ। ਉਧਰ NIA ਨੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਦੇ ਉੱਤੇ 2988 ਕਿਲੋ ਕਰੀਬ 3000 ਕਿਲੋ ਦੀ ਜਿਹੜੀ ਹੈਰੋਇਨ ਬਰਾਮਦ ਹੋਈ ਸੀ, ਜ਼ਬਤ ਹੋਈ ਸੀ। ਉਸ ਦੇ ਸੰਬੰਧ ਦੇ ਵਿੱਚ ਦਿੱਲੀ ਦੇ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ, ਤਲਾਸ਼ੀ ਲਈ। ਤੇ ਇਹ ਜਿਹੜੀ ਹੈਰੋਇਨ ਮਿਲੀ ਹੈ ਵੱਡੀ ਖੇਪ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ ਮਿਲੀ ਹੈ। ਇਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਦੇ ਵਿੱਚ 21,000 ਕਰੋੜ ਰੁਪਏ ਦੀ ਹੈ। ਮੁਲਕ ਦੇ ਅਰਬਪਤੀ ਸ਼ੇਅਰ ਕਾਰੋਬਾਰੀ ਰਾਕੇਸ਼ ਝੁਨਝੁਨਵਾਲਾ ਦੇ ਸਹਿਯੋਗ ਵਾਲੀ 에ਅਰਲਾਈਨਸ ਅਕਾਸਾ 에ਅਰਲਾਈਨ ਵੀ ਹੁਣ ਉਡਾਣਾ ਸ਼ੁਰੂ ਕਰੇਗੀ। ਮਨਜ਼ੂਰੀ ਮਿਲ ਗਈ ਹੈ ਤੇ ਇਹ ਉਹੀ ਨੇ ਰਾਕੇਸ਼ ਝੁਨਝੁਨਵਾਲਾ ਜਿਨ੍ਹਾਂ ਦੇ ਨਾਲ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਸੀ। ਇਸ ਬਾਰੇ ਰਾਕੇਸ਼ ਝੁਨਝੁਨਵਾਲਾ ਨੇ ਦੱਸਿਆ ਹੈ ਕਿ ਸਾਨੂੰ ਸੰਬੰਧਿਤ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ, ਹਰੀ ਝੰਡੀ ਮਿਲ ਗਈ ਹੈ ਤੇ ਅਗਲੇ ਸਾਲ ਯਾਨੀ ਕਿ 2022 ਤੋਂ ਅਸੀਂ ਉਡਾਣਾ ਸ਼ੁਰੂ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਦੋਂ ਮੁਲਾਕਾਤ ਹੋਈ ਸੀ ਤਾਂ ਖੂਬ ਚਰਚਾ ਹੋਈ ਸੀ ਤੇ ਜਿਹੜੀ ਇਹ ਮਨਜ਼ੂਰੀ ਮਿਲੀ ਹੈ 에ਅਰਲਾਈਨ ਨੂੰ ਉਸ ਵਕਤ ਮਿਲੀ ਹੈ ਜਦੋਂ ਮੁਲਕ ਹੈ ਜਿਹੜਾ COVID-19 ਮਹਾਮਾਰੀ ਦੇ ਪ੍ਰਭਾਵ ਚੋਂ ਉੱਠ ਰਿਹਾ ਹੈ। ਲਾਕਡਾਊਨ ਤੇ ਯਾਤਰਾ ਨਾਲ ਜੁੜੀਆਂ ਪਾਬੰਦੀਆਂ ਦੇ ਕਾਰਨ ਕਈ 에ਅਰਲਾਈਨਸ ਨੂੰ ਅਰਬਾਂ ਡਾਲਰ ਦਾ ਘਾਟਾ ਪਿਆ ਹੈ। ਅਜਿਹੇ ਵਿੱਚ ਅਕਾਸਾ 에ਅਰਲਾਈਨ ਆਪਣੀ 에ਅਰਲਾਈਨ ਕੰਪਨੀ ਸ਼ੁਰੂ ਕਰਨ ਜਾ ਰਹੇ ਨੇ। ਇਹ ਕਈ ਲੋਕਾਂ ਦੇ ਲਈ ਹੈਰਾਨੀ ਵਾਲੀ ਗੱਲ ਹੈ ਤੇ ਕਰੋਨਾ ਮਹਾਮਾਰੀ ਦੇ ਬਾਵਜੂਦ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਨੂੰ 에ਅਰਲਾਈਨਸ ਦੇ ਲਈ ਹੌਟ ਮਾਰਕੀਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਸੋ ਇਹਨਾਂ ਨੂੰ ਨੋ ਆਬਜੈਕਸ਼ਨ ਯਾਨੀ ਕਿ NOC ਤਾਂ ਮਿਲ ਗਈ ਹੈ। ਹੁਣ ਸਿਰਫ ਤਿਆਰੀਆਂ ਇਹ ਕਰਨਗੇ 2022 ਤੋਂ ਉਡਾਣਾ ਸ਼ੁਰੂ ਕਰਨੀਆਂ। ਸੋ ਝੁਨਝੁਨਵਾਲਾ ਨੇ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਦੀਆਂ ਤਸਵੀਰਾਂ ਬਹੁਤ ਵਾਇਰਲ ਹੋਈਆਂ ਸੀ। ਜਦੋਂ ਰਾਕੇਸ਼ ਝੁਨਝੁਨਵਾਲਾ ਕੁਰਸੀ ਤੇ ਬੈਠੇ ਨੇ, ਇੱਕ ਲੇਡੀ ਹੈ ਜਿਹੜੀ ਉਹ ਮੈਰੂਨ ਕਲਰ ਦੀ ਸਾੜੀ ਦੇ ਵਿੱਚ ਖੜੀ ਹੋਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਹੱਥ ਜੋੜ ਕੇ ਰਾਕੇਸ਼ ਦੇ ਸਾਹਮਣੇ ਖੜੇ ਨੇ ਤੇ ਉਦੋਂ ਲੋਕਾਂ ਨੇ ਤੰਜ ਕੱਸੇ ਸੀ ਕਿਉਂਕਿ ਉਹ ਕੋਈ ਜਾਲੀ ਤਸਵੀਰਾਂ, ਫੇਕ ਤਸਵੀਰਾਂ ਨਹੀਂ ਸੀ, ਅਸਲੀ ਤਸਵੀਰਾਂ ਸੀਗੀਆਂ।
ਤੇ ਲੋਕਾਂ ਨੇ ਫਿਰ ਲੋਕਾਂ ਨੂੰ ਇਹ ਸੱਚਾਈ ਜਿਹੜੀ ਕਹਿਣ ਦਾ ਮੌਕਾ ਮਿਲ ਗਿਆ ਸੀ ਕਿ ਸਰਕਾਰ ਹੈ ਜਿਹੜੀ ਉਹ ਉਦਯੋਗਪਤੀਆਂ ਦੇ ਪੈਰਾਂ ਦੇ ਵਿੱਚ ਬਹਿੰਦੀ ਹੈ। ਕਰੂਜ਼ ਡਰੱਗ ਪਾਰਟੀ ਮਾਮਲੇ ਦੇ ਵਿੱਚ ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸਿਆਸਤ ਹੈ ਜਿਹੜੀ ਉਹ ਤੇਜ਼ ਹੋ ਗਈ ਹੈ। ਐਨਸੀਪੀ ਦੇ ਨੇਤਾ ਨਵਾਬ ਮਲਿਕ ਨੇ ਐਨਡੀਟੀਵੀ ਨੂੰ ਕਿਹਾ ਹੈ ਕਿ ਐਨਸੀਬੀ ਨੇ ਰੀਆ ਚੱਕਰਵਰਤੀ ਤੋਂ ਲੈ ਕੇ ਕਰੂਜ਼ ਡਰੱਗਸ ਪਾਰਟੀ ਤੱਕ ਬਹੁਤ ਸਾਰੇ ਫਰਜ਼ੀ ਮਾਮਲੇ ਬਣਾਏ ਨੇ। ਇਹਨਾਂ ਦੇ ਵਿੱਚ ਕੇਪੀ ਗੋਸਾਵੀ ਨਾਮ ਦਾ ਇੱਕ ਵਿਅਕਤੀ ਸ਼ਾਮਿਲ ਹੈ ਜੋ ਫਰਾਰ ਹੈ। ਬਹੁਤ ਸਾਰੀਆਂ ਚੀਜ਼ਾਂ ਹੌਲੀ-ਹੌਲੀ ਐਵੀਡੈਂਸ ਦੇ ਨਾਲ ਸਾਹਮਣੇ ਰੱਖਾਂਗੇ, ਖੁਲਾਸੇ ਕਰਾਂਗੇ ਤੇ ਸਭ ਦੇ ਸਾਹਮਣੇ ਕਰਾਂਗੇ। ਐਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਦੇ ਜਾਸੂਸੀ ਦੇ ਆਰੋਪਾਂ ਤੇ ਨਵਾਬ ਮਲਿਕ ਨੇ ਕਿਹਾ ਕਿ ਕੌਣ ਉਹਨਾਂ ਦੀ ਜਾਸੂਸੀ ਕਰ ਰਿਹਾ ਹੈ ਤਾਂ ਪਤਾ ਨਹੀਂ। ਜੇ ਉਹ ਨਾਮ ਲੈ ਕੇ ਕਹਿਣ ਕਿ ਨਵਾਬ ਮਲਿਕ ਉਹਨਾਂ ਦੀ ਜਾਸੂਸੀ ਕਰ ਰਹੇ ਨੇ ਤਾਂ ਉਸ ਦਾ ਜਵਾਬ ਮੈਂ ਦੇ ਦੇਵਾਂਗਾ। ਸੋ ਹੁਣ ਐਨਸੀਬੀ ਲੀਡਰ ਨੇ ਜਿਹੜੇ ਇਲਜ਼ਾਮ ਲਾਏ ਨੇ ਉਸ ਤੋਂ ਪਹਿਲਾਂ ਵੀ ਕਈ ਇਲਜ਼ਾਮ ਲੱਗ ਚੁੱਕੇ ਨੇ। ਜਦੋਂ ਇਹਦੇ ਵਿੱਚ ਬੀਜੇਪੀ ਲੀਡਰਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਕਿ ਜਿਹੜਾ ਹੈਰੋਇਨ ਮਿਲਣ ਦਾ ਮਾਮਲਾ ਸੀ ਉਸ ਤੋਂ ਧਿਆਨ ਭਟਕਾਉਣ ਦੇ ਲਈ ਇਹ ਮਾਮਲਾ ਜਿਹੜਾ ਜਾਣਬੁੱਝ ਕੇ ਬਣਾਇਆ ਗਿਆ, ਹਾਈਲਾਈਟ ਕੀਤਾ ਗਿਆ ਹੈ। ਨੋਬਲ ਪੁਰਸਕਾਰ ਦੀ ਗੱਲ ਕਰ ਲਈਏ ਤਾਂ ਪੁਰਸਕਾਰ ਦੇਣ ਵਾਲੀ ਸਵੀਡਨ ਦੀ ਅਕੈਡਮੀ ਦੇ ਮੁੱਖ ਵਿਗਿਆਨੀ ਗੈਰੋਨ ਹੈਂਸਨ ਨੇ ਕਿਹਾ ਕਿ ਪੁਰਸਕਾਰ ਦੇ ਵਿੱਚ ਜੈਂਡਰ ਜਾਂ ਨਸਲ ਦੇ ਆਧਾਰ ਤੇ ਰਾਖਵਾਂਕਰਨ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਇਹ ਪੁਰਸਕਾਰ ਸਭ ਤੋਂ ਮਹੱਤਵਪੂਰਨ ਖੋਜ ਕਰਨ ਦੇ ਲਈ ਦਿੱਤਾ ਜਾਵੇ, ਨਾ ਕਿ ਜੈਂਡਰ ਜਾਂ ਫਿਰ ਨਸਲ ਦੀ ਵਜ੍ਹਾ ਨਾਲ ਦਿੱਤਾ ਜਾਵੇ। ਬਹੁਤ ਚੰਗਾ ਉਹਨਾਂ ਨੇ ਬਿਆਨ ਦਿੱਤਾ ਹੈ ਕਿਉਂਕਿ ਫਿਰ ਜਿਹੜੇ ਅਸਲੀ ਜਿਹੜੇ ਹੱਕਦਾਰ ਹੁੰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਜਦੋਂ ਕਿਸੇ ਵੀ ਵਿਭਾਗ ਦੇ ਵਿੱਚ ਰਾਖਵਾਂਕਰਨ ਆ ਜਾਂਦਾ ਹੈ। ਨੋਬਲ ਪੁਰਸਕਾਰ ਮਿਲਣ ਦਾ ਸਿਲਸਿਲਾ 1901 ਦੇ ਵਿੱਚ ਯਾਨੀ ਅੱਜ ਤੋਂ ਕਰੀਬ 120 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤੇ ਹੁਣ ਤੱਕ 59 ਔਰਤਾਂ ਵੀ ਨੋਬਲ ਪੁਰਸਕਾਰ ਹਾਸਲ ਕਰ ਚੁੱਕੀਆਂ ਨੇ। ਅਮਰੀਕਾ ਤੋਂ ਖਬਰ ਹੈ ਜਿੱਥੇ ਕੈਲੀਫੋਰਨੀਆ ਸੂਬੇ ਦੇ ਵਿੱਚ ਹਵਾਈ ਜਹਾਜ਼ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਭਾਰਤੀ ਮੂਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੁਗਾਤਾ ਦਾਸ ਸਮੇਤ 2 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਕਾਰਨ ਨੇੜਲੇ ਘਰਾਂ ਨੂੰ ਅੱਗ ਵੀ ਲੱਗ ਗਈ, ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਐਰੀਜ਼ੋਨਾ ਦੇ ਯੂਮਾ ਰੀਜਨਲ ਮੈਡੀਕਲ ਸੈਂਟਰ ਮੁਤਾਬਿਕ 2 ਇੰਜਨਾਂ ਵਾਲਾ ਜਹਾਜ਼ ਜੋ ਹਾਦਸਾਗ੍ਰਸਤ ਹੋਇਆ ਉਹ ਡਾਕਟਰ ਸੁਗਾਤਾ ਦਾਸ ਦਾ ਸੀ ਜੋ ਕਿ ਭਾਰਤੀ ਡਾਕਟਰ ਸੀ। ਚੀਨ ਦੇ ਵੱਡੇ ਕੋਲਾ ਖਦਾਨਾ ਇਲਾਕਿਆਂ ਦੇ ਵਿੱਚ ਹੜ੍ਹ ਆਉਣ ਦੇ ਕਾਰਨ ਦੇਸ਼ ਦੇ ਵਿੱਚ ਪਾਵਰ ਪਲਾਂਟ ਵਿੱਚ ਵਰਤਿਆ ਜਾਣ ਵਾਲਾ ਜਿਹੜਾ ਕੋਲਾ ਹੈਗਾ ਉਸ ਦੇ ਭਾਅ ਹੁਣ ਅਸਮਾਨੀ ਛੂਹਣ ਲੱਗੇ ਨੇ ਤੇ ਬਿਜਲੀ ਸੰਕਟ ਇੱਥੇ ਲਗਾਤਾਰ ਬਣਿਆ ਹੋਇਆ। ਜੁਲਾਈ ਦੇ ਮਹੀਨੇ ਦੇ ਵਿੱਚ ਹਿਨਾਨ ਖਨਨ ਇਲਾਕੇ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਹੁਣ ਦੇਸ਼ ਦੇ ਸਭ ਤੋਂ ਵੱਡੇ ਕੋਲਾ ਉਤਪਾਦਕ ਸੂਬੇ ਸ਼ਾਂਕਸੀ ਦੇ ਵਿੱਚ ਹਾਲ ਹੀ ਦਿਨਾਂ ਦੇ ਵਿੱਚ ਭਾਰੀ ਮੀਂਹ ਪਿਆ। ਇਸ ਨਾਲ ਮੰਗਲਵਾਰ ਨੂੰ ਜੇਨਜੋ ਕਮੋਡਿਟੀ ਐਕਸਚੇਂਜ ਤੇ ਥਰਮਲ ਕੋਲੇ ਦੀ ਕੀਮਤ 8% ਤੱਕ ਵੱਧ ਗਈ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।